सतगुर दाता मेल मिलावो, सतगुर दाता मेल मिलावो, हर नाम देव आधार, हर जीव कृपा करो, हर जीव कृपा करो, कृपा करो तुम प्यारे, कृपा करो तुम प्यारे, हर जीव कृपा करो, हर जीव कृपा करो, कृपा करो तुम प्यारे, कृपा करो तुम प्यारे, कृपा करो तुम प्यारे। दाना बिना साई मैंडा, दाना बिना साई मैंडा, दाना बिना नानक सार न जाना तेरी, नानक सार न जाना तेरी, दाना बिना साई मैंडा, दाना बिना साई मैंडा, दाना बिना पटोला तैसो दिता, प्रेम पटोला तैसो दिता, ढक्कन को पत मेरी, ढक्कन को पत मेरी, दाना बिना साई मैंडा, दाना बिना साई मैंडा, नानक सार न जाना तेरी, 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 दाना बिना साई मैंडा, दाना बिना साई मैंडा, दाना बिना ओ
की तो शरणाए जियो, मैं तक की तो शरणाए जियो, मैं आशा रखी चित में, मैं आशा रखी चित में, मेरा सब दुख गवाए जियो, मेरा सब दुख गवाए जियो, नानक सारे न जाना तेरी, नानक सारे न जाना तेरी, दाना बिना साई मैंडा, दाना बिना साई मैंडा, दाना बिना, दाना बिना, दाना बिना। वड्डा तेरा दरबार सच्चा तुद तख्त, सिर सहा पातशाह ने चल चोर छत, बड़ी वड्डे वड्डा पार तेरा मर्तबा, जिया अंदर जीव सब झाड़ ला, सब तेरे वास तेरा कला, तेरे कारण आनंद बधाई तुद कर, माड़ मैं ते अपना आप जर, सर्व कला भरपूर दिसे जगता, नानक दासन दास तुझ आगे बिन बता, तेरा नाम सत है श्री वाहेगुरु। बड़ी वड्डियो वड्डा पार तेरा मर्तबा, रंग बिरंग नेक ना जापन करतबा, जी अंदर जियो सब किछ जान ला, सब किछ तेरे बस तेरे कर भला, तेरे कर आनंद बधाई तुत कर, मान मता तेज अपना आप जर, सर्व कला भरपूर दिसे जत कथा, नानक दासन दास उदे आगे बिन, नानक दासन दास तुदे आगे बिन बता। वाहिगुरु जी का खालसा, वाहिगुरु जी की फतेह। श्री वाहिगुरु जी। वाहिगुरु। गुरु नानक पद बंदन सिमरो अंगद दो
ਵਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀ ਸਤਿਗੁਰੂ ਤੇ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਇਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਮੁਖ ਕਹਿ ਜੋ ਰਾਏ ਉਚਾਰਾ ਤਿਸ ਕਾ ਹੈ ਹਮਰੇ ਸਿਰ ਭਾਰਾ ਚਲ ਉਤਾਰ ਆਵਹਿ ਅਬ ਬਾਲਾ ਲਾਲੋ ਸੋ ਬੋਲੇ ਤਿਹ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਦਿ ਗੁਰੂ ਜਗਤ ਗੁਰੂ ਪਹਿਲੇ ਪਾਤਸ਼ਾਹ ਦੀਨ ਤੇ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਏਵਨਾਬਾਦ ਨਗਰ ਵਿੱਚ ਬਿਰਾਜਮਾਨ ਹਨ, ਭਾਈ ਮਰਦਾਨਾ ਤੇ ਭਾਈ ਬਾਲਾ ਜੀ ਰਾਏ ਭੋਇੰ ਦੀ ਤਲਵੰਡੀ ਹਨ। ਪਿਤਾ ਜੀ ਨੇ ਪਹਿਲਾਂ ਭਾਈ ਬਾਲੇ ਕੋਲੋਂ ਪੁੱਛਿਆ, ਬਾਅਦ ਵਿੱਚ ਜਦੋਂ ਭਾਈ ਮਰਦਾਨਾ ਜੀ ਆਏ ਉਹਨਾਂ ਕੋਲੋਂ ਸਾਹਿਬ ਬਾਰੇ ਪੁੱਛਿਆ। ਮਨ ਵਿੱਚ ਦੁੱਖ ਹੈ, ਬੇਬਲਤਾਈ ਹੈ, ਪਿਤਾ ਜੀ ਦੇ ਨੇਤਰਾਂ ਚੋਂ ਨੀਰ ਤੱਕ ਵਹਿਆ। ਉਧਰ ਰਾਏ ਬੁਲਾਰ ਦੇ ਮਨ ਵਿੱਚ ਭਾਵਨਾ ਜਾਗੀ ਕਿ ਭਾਈ ਬਾਲਾ ਮਰਦਾਨਾ ਜੀ ਆਏ। ਮਰਦਾਨੇ ਨੂੰ ਸੱਦ ਕੇ ਆਖਿਆ, ਤੂੰ ਮੈਨੂੰ ਸਤਿਗੁਰਾਂ ਦੇ ਦਰਸ਼ਨ ਕਰਾ, ਮੇਰਾ ਸਰੀਰ ਬਿਰਧ ਹੋ ਚੁੱਕਾ ਹੈ ਤੇ ਮੈਂ ਆਪ ਚੱਲ ਕੇ ਜਾ ਕੇ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ।
ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਜੇ ਭਾਈ ਬਾਲਾ ਜੀ ਨਾਲ ਜਾਣ, ਅਸੀਂ ਦੋਵੇਂ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੀਏ। ਅੱਗੇ ਉਹ ਆਪਣੀ ਇੱਛਾ ਦੇ ਮਾਲਕ ਆਪ ਹਨ। ਸਾਡਾ ਕਰਤੱਵ ਬੇਨਤੀ ਕਰਨਾ, ਸਵਕਾਰ ਕਰਨੀ ਕਿ ਨਹੀਂ ਕਰਨੀ ਉਹਨਾਂ ਦੀ ਮਰਜ਼ੀ ਹੈ। ਭਾਈ ਬਾਲੇ ਨੂੰ ਸੱਦ ਕੇ ਰਾਏ ਬੁਲਾਰ ਨੇ ਬੇਨਤੀ ਕਰਕੇ ਸਤਿਗੁਰੂ ਜੀ ਦੇ ਪਾਸ ਏਮਨਾਬਾਦ ਨਗਰ ਭੇਜਿਆ ਹੈ। ਏਮਨਾਬਾਦ ਆ ਕੇ ਸਤਿਗੁਰਾਂ ਨੂੰ ਭਾਈ ਬਾਲੇ ਮਰਦਾਨੇ ਨਮਸਕਾਰ ਕੀਤੀ ਔਰ ਰਾਏ ਬੁਲਾਰ ਦਾ ਸੁਨੇਹਾ ਸਤਿਗੁਰਾਂ ਨੂੰ ਦਿੱਤਾ। ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਪਿਆਰੇ ਦਾ ਸੱਦਾ ਸੁਣਿਆ, ਮਨ 'ਚ ਵਿਚਾਰ ਕਰਦੇ ਨੇ ਕਿ ਜੇ ਅਸੀਂ ਤਲਵੰਡੀ ਜਾਵਾਂਗੇ ਤੇ ਪਿਤਾ ਜੀ ਸਾਡੇ ਨਾਲ ਝਗੜਨਗੇ। ਫਿਰ ਸੋਚਦੇ ਆ ਵੀ ਜੇ ਨਾ ਗਏ ਤੇ ਰਾਏ ਬੁਲਾਰ ਦਾ ਪ੍ਰੇਮ ਹੈ। ਸੋਚਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਜ ਆਪ ਸੋਚੀ ਪਏ ਹੋਏ ਨੇ ਕੀ ਕਰੀਏ। ਪਰ ਜਿੱਥੇ ਪ੍ਰੇਮ ਹੋਵੇ ਉੱਥੇ ਸਤਿਗੁਰੂ ਜੀ ਸਭ ਕੁਝ ਭੁੱਲ ਜਾਂਦੇ ਐ ਔਰ ਆਪਣੇ ਪ੍ਰੇਮ ਨੂੰ ਪਾਲਦੇ ਨੇ। ਪਰ ਰਾਏ ਬੁਲਾਰ ਜੀ ਦੇ ਮਨ ਦਾ ਪ੍ਰੇਮ ਸਾਹਿਬਾਂ ਨੇ ਪਾਲਿਆ ਹੈ। ਚੱਲ ਕੇ ਤਲਵੰਡੀ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਕਹਾ ਕੇ ਸੰਸਾਰ 'ਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਐਸੇ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਵਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮੁਖ ਕਹਿ ਜੋ ਰਾਏ ਉਚਾਰਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਜੋ ਰਾਏ ਬੁਲਾਰ ਨੇ ਕਿਹਾ ਤਿਸ ਕਾ ਹੈ ਹਮਰੇ ਸਿਰ ਭਾਰਾ। ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਦਾ ਸਾਡੇ ਸਿਰ ਤੇ ਭਾਰ ਹੈ। ਰਾਏ ਬੁਲਾਰ ਨੇ ਸਾਨੂੰ ਸੱਦਿਆ, ਸੁਨੇਹਾ ਭੇਜਿਆ। ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਜੀ ਦਾ ਸਾਡੇ ਸਿਰ ਤੇ ਭਾਰ ਹੈ। ਚੱਲ ਉਤਾਰ ਆਵਹਿ ਅਬ ਬਾਲਾ। ਚੱਲ ਭਾਈ ਬਾਲਿਆ, ਆਪਾਂ ਰਾਏ ਬੁਲਾਰ ਦਾ ਜਿਹੜਾ ਭਾਰ ਹੈ ਸਾਡੇ ਸਿਰ ਤੇ ਉਹ ਲਾ ਆਈਏ। ਚੱਲ ਕੇ ਮਿਲ ਆਈਏ, ਦਰਸ਼ਨ ਦੇ ਆਈਏ। ਲਾਲੋ ਸੋ ਬੋਲੇ ਤੇ ਕਾਲਾ। ਭਾਈ ਬਾਲਾ ਜੀ ਨੂੰ ਇਹ ਬਚਨ ਕਹਿ ਕੇ ਲਾਗੇ ਭਾਈ ਲਾਲੋ ਜੀ ਸਨ, ਜਿਨ੍ਹਾਂ ਦੇ ਘਰ ਸਤਿਗੁਰੂ ਜੀ ਬੈਠੇ ਸੀ ਏਮਨਾਬਾਦ। ਭਾਈ ਲਾਲੋ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਦੋਹਰਾ ਤਲਵੰਡੀ ਤੁਝ ਸਾਰਖਾ ਮੋ ਪ੍ਰੀਤਮ ਹੈ ਈਠ। ਮਹਾਰਾਜ ਜੀ ਕਹਿੰਦੇ ਭਾਈ ਲਾਲੋ, ਤਲਵੰਡੀ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਸਾਡਾ ਇੱਕ ਤੁਹਾਡੇ ਵਰਗਾ ਹੀ ਪਿਆਰਾ ਹੈ। ਜਿਹੋ ਜੇ ਤੁਸੀਂ ਸਾਡੇ ਪਿਆਰੇ ਹੋ ਨਾ ਭਾਈ ਲਾਲੋ ਜੀ, ਤੁਹਾਡੇ ਸਰੀਖਾ ਤੁਹਾਡੇ ਵਰਗਾ ਹੀ ਸਾਡਾ ਇੱਕ ਪਿਆਰਾ ਜਿਹੜਾ ਸਾਨੂੰ ਤੁਹਾਡੇ ਵਾਂਗੂ ਬੜਾ ਪਿਆਰ ਕਰਦਾ ਹੈ। ਸੋ ਚਾਹਤ ਹੈ ਹਿਰਦੇ ਮਹਿ ਹਮਰੋ ਦਰਸ਼ਨ ਡੀਠ। ਉਹ ਸਾਡੇ ਦਰਸ਼ਨ ਚਾਹੁੰਦੇ ਨੇ, ਉਹਨਾਂ ਦੇ ਮਨ ਵਿੱਚ ਸਾਡੇ ਦਰਸ਼ਨਾਂ ਦੀ ਇੱਛਾ ਹੈ। ਤੇ ਭਾਈ ਲਾਲੋ, ਜਿਵੇਂ ਤੂੰ ਸਾਡੇ ਨਾਲ ਪਿਆਰ ਕਰਦਾ ਹੈ ਵੀ ਉਹ ਵੀ ਸਾਡੇ ਨਾਲ ਪਿਆਰ ਕਰਦੇ ਆ। ਰਾਏ ਬੁਲਾਰ ਜੀ ਉਹਨਾਂ ਦਾ ਨਾਂ ਹੈ, ਉਹ ਸਾਡੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ। ਚੌਪਈ ਲੈ ਸੰਦੇਸ਼ਾ ਤੇ ਕੋ ਆਏ। ਆ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਉਹਨਾਂ ਦਾ ਸੁਨੇਹਾ ਲੈ ਕੇ ਆਏ ਨੇ ਸਾਡੇ ਕੋਲਾ। ਹੁਣੇ ਹੁਣੇ ਸੁਨੇਹਾ ਲੈ ਕੇ ਪੁੱਜੇ ਹਨ। ਬਹੁਤ ਪ੍ਰੇਮ ਕਰ ਬੋਲ ਪਠਾਏ। ਔਰ ਬੜੇ ਪ੍ਰੇਮ ਭਾਵ ਨਾਲ ਉਹਨਾਂ ਨੇ ਬੇਨਤੀ ਕਰਕੇ ਇਹਨਾਂ ਨੂੰ ਭੇਜਿਆ ਹੈ। ਜਾਵਨ ਹਮ ਹੈ ਜ਼ਰੂਰ ਬਿਸਾਲਾ। ਇਸ ਕਰਕੇ ਭਾਈ ਲਾਲੋ, ਸਾਡਾ ਉੱਥੇ ਜਾਣਾ ਅਤੀ ਜ਼ਰੂਰੀ ਹੈ, ਕਿਉਂਕਿ ਤੇਰੇ ਵਾਂਗੂ ਹੀ ਉਹ ਪ੍ਰੇਮ ਕਰਦੇ ਆ। ਜਿੱਥੇ ਪ੍ਰੇਮ ਹੋਵੇ ਉੱਥੇ ਸਾਨੂੰ ਜਾਣਾ ਪੈਂਦਾ। ਤਲਵੰਡੀ ਸਾਨੂੰ ਜਾਣਾ ਪਵੇਗਾ ਤੇ ਅਸੀਂ ਹੁਣ ਜਾਣ ਦੀ ਤਿਆਰੀ ਕੀਤੀ ਹੈ। ਦੇਹੋ ਖੁਸ਼ੀ ਪਹੁੰਚੈ ਤਤਕਾਲਾ। ਭਾਈ ਲਾਲੋ, ਤੂੰ ਹੁਣ ਸਾਨੂੰ ਖੁਸ਼ੀਆਂ ਦੇ ਦੇ। ਖੁਸ਼ੀਆਂ ਦੇ ਦੇ ਦਾ ਮਤਲਬ ਵੀ ਹੁਣ ਅਸੀਂ ਜਾਣਾ ਚਾਹੁੰਦੇ ਆ।
ਤੇ ਛੇਤੀ ਨਾਲ ਅਸੀਂ ਸੁੱਖਾਂ ਨਾਲ ਉੱਥੇ ਪਹੁੰਚੀਏ। ਅਬਲੋ ਭਇਓ ਨਾ ਪੂਰਨ ਮਾਸੂ। ਭਾਈ ਲਾਲੋ ਨੇ ਅੱਗੋਂ ਹੱਥ ਜੋੜੇ। ਉਹ ਵੀ ਤਾਂ ਪ੍ਰੇਮੀ ਆ ਨਾ, ਉਹਦਾ ਕਿੱਥੇ ਦਿਲ ਕਰਦਾ ਸੀ ਸਤਿਗੁਰਾਂ ਤੋਂ ਵਿਛੜਨ ਨੂੰ। ਹੱਥ ਜੋੜ ਕੇ ਭਾਈ ਲਾਲੋ ਜੀ ਕਹਿੰਦੇ, ਮਹਾਰਾਜ ਤੁਸੀਂ ਤਾਂ ਬਚਨ ਕੀਤਾ ਸੀ ਵੀ ਭਾਈ ਲਾਲੋ ਤੇਰੇ ਘਰ 1 ਮਹੀਨਾ ਰਵਾਂਗੇ। ਹਾਲੇ ਤਾਂ ਮਹਾਰਾਜ ਜੀ ਮਹੀਨਾ ਪੂਰਾ ਨਹੀਂ ਹੋਇਆ। ਭਾਈ ਲਾਲੋ ਜੀ ਕਹਿੰਦੇ, ਹਾਲੇ ਤਾਂ ਮਹਾਰਾਜ ਜੀ ਮਹੀਨਾ ਪੂਰਾ ਨਹੀਂ ਹੋਇਆ। ਕਿਉਂ ਤਜ ਕਰ ਮਮ ਚੱਲੇ ਅਵਾਸੂ। ਤੁਸੀਂ ਹੁਣ ਮੇਰਾ ਘਰ ਛੱਡ ਕੇ ਕਿਉਂ ਚੱਲੇ ਹੋ ਜੇ? ਕਿਉਂ ਜਾ ਰਹੇ ਹੋ ਮਹਾਰਾਜ? ਹਾਲੇ ਮਹੀਨਾ ਤਾਂ ਹੋਇਆ ਨਹੀਂ। ਕਹਿ ਕਛ ਅਵਗੁਣ ਹਮ ਤੇ ਭਇਓ। ਮਹਾਰਾਜ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ ਵੀ ਅਚਾਨਕ ਜਾਣ ਦੀ ਤਿਆਰੀ ਕਰ ਲਈ, ਮਹੀਨਾ ਬਚਨ ਕਰਕੇ ਪਹਿਲਾਂ ਜਾ ਰਹੇ ਹੋ? ਮਹਾਰਾਜ ਕੋਈ ਮੇਰੇ ਵਿੱਚ ਅਵਗਣ ਹੈ ਜਾਂ ਮੇਰੇ ਵਿੱਚ ਕੋਈ ਖਾਮੀ ਤੁਸੀਂ ਵੇਖ ਲਈ ਹੈ? ਕਿਉਂ ਉਦਾਸ ਨਿਜ ਹਿਰਦਾ ਕਇਓ। ਮਹਾਰਾਜ ਜੀ ਤੁਸੀਂ ਆਪਣਾ ਹਿਰਦਾ ਉਦਾਸ ਕਾਹਨੂੰ ਕੀਤਾ ਹੈ? ਤੁਸੀਂ ਕਿਉਂ ਇੱਕਦਮ ਉਪਰਾਮ ਹੋ ਕੇ ਜਾ ਰਹੇ ਹੋ? ਕਿਦੋਂ ਨਾ ਮੋਤੇ ਹੋਵੀ ਸੇਵਾ। ਜਾਂ ਮਹਾਰਾਜ ਜੀ ਮੇਰੇ ਕੋਲੋਂ ਆਪ ਜੀ ਦੀ ਸੇਵਾ ਨਹੀਂ ਹੋ ਸਕੀ, ਕੋਈ ਸੇਵਾ ਵਿੱਚ ਮੇਰੇ ਕੋਲੋਂ ਕਮੀ ਰਹਿ ਗਈ ਹੋਵੇ। ਰੰਕਹੀਨ ਤਨ ਸ਼੍ਰੀ ਗੁਰਦੇਵਾ। ਮਹਾਰਾਜ ਜੀ ਮੈਂ ਗਰੀਬੜਾ ਜਿਹਾ ਬੰਦਾ ਤੇ ਧਨਹੀਣਾ ਤੁਹਾਡੇ ਚਰਨਾਂ ਦਾ ਸੇਵਕ ਹਾਂ। ਤੇ ਹੇ ਗਰੀਬ ਨਵਾਜ ਸਾਹਿਬ ਜੀ, ਕਿਤੇ ਮੇਰੇ ਕੋਲੋਂ ਕੋਈ ਖਾਮੀ ਰਹਿ ਗਈ ਹੈ? ਮੇਰੇ ਕੋਲੋਂ ਕਿਤੇ ਕੋਈ ਤੁਹਾਡੀ ਸੇਵਾ 'ਚ ਕਮੀ ਰਹਿ ਗਈ ਹੈ? ਤੂਰਨ ਕੀਨੀ ਗਵਨ ਤਿਆਰੀ। ਹੇ ਸ੍ਰੀ ਗੁਰਦੇਵ ਜੀ ਤੁਸੀਂ ਅਚਾਨਕ ਜਾਣ ਦੀ ਤਿਆਰੀ ਕਰ ਲਈ ਹੈ। ਮੈਂ ਜਾਚੋ ਨਿਜ ਮਇਆ ਤੁਮਾਰੀ। ਮਹਾਰਾਜ ਜੀ ਮੈਂ ਤੁਹਾਡੀ ਕਿਰਪਾ ਮੰਗਦਾ, ਮੇਰੇ ਤੇ ਦਇਆ ਕਰਿਓ, ਮੇਰੇ ਤੇ ਰਹਿਮਤ ਰੱਖਿਓ ਗਰੀਬ ਨਵਾਜ ਜੀ। ਦੋਹਰਾ ਦਇਓਸ 25 ਅਵਾਸ ਹਮ ਲਾਲੋ ਰਹੇ ਤੁਮਾਰ। ਪਾਤਸ਼ਾਹ ਕਹਿੰਦੇ ਭਾਈ ਲਾਲੋ ਅਸੀਂ ਤੇਰੇ ਘਰ 25 ਦਿਨ ਰਹੇ ਹਾਂ। 25 ਦਿਨ ਬੀਤ ਗਏ ਸੀ। ਮਹਾਰਾਜ ਜੀ ਕਹਿੰਦੇ 25 ਦਿਨ ਅਸੀਂ ਤੇਰੇ ਘਰ ਰਹੇ ਹਾਂ। ਬਾਸੁਰ ਬਹਰੋ ਪੰਚ ਜੇ ਆਵਹਿ ਤੋਰ ਅਗਾਰ। ਤੇਰੇ ਨਾਲ ਸਾਡਾ ਬਚਨ ਹੋਇਆ ਸੀ 1 ਮਹੀਨਾ ਰਹਿਣ ਦਾ। 25 ਦਿਨ ਅਸੀਂ ਤੇਰੇ ਘਰ ਕੱਟ ਲਏ ਆ, ਬਤੀਤ ਕੀਤੇ ਆ, ਤੇ 5 ਦਿਨ ਰਹਿ ਗਏ ਨੇ। ਉਹ 5 ਦਿਨ ਅਸੀਂ ਫੇਰ ਆ ਕੇ ਤੇਰੇ ਘਰ ਰਵਾਂਗੇ, ਸਾਡਾ ਬਚਨ ਹੈ। ਜਿਹੜਾ ਅਸੀਂ ਬਚਨ ਕੀਤਾ ਉਹ ਪੂਰਾ ਕਰਾਂਗੇ। 5 ਦਿਨ ਫੇਰ ਅਸੀਂ ਆ ਕੇ ਤੁਹਾਡੇ ਘਰ ਰਹਿ ਕੇ ਬਤੀਤ ਕਰਕੇ ਜਾਵਾਂਗੇ। ਜੋ ਪਈ ਅਸ ਕਹਿ ਚੱਲੇ ਸਕਲ ਗੁਣ ਖਾਨੀ। ਏਦਾਂ ਕਹਿ ਕੇ ਗੁਣਾਂ ਦੀ ਖਾਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਚੱਲ ਪਏ। ਤਬ ਲਾਲੋ ਪਦ ਬੰਧਨ ਠਾਨੀ। ਭਾਈ ਲਾਲੋ ਜੀ ਨੇ ਬੜੇ ਅਦਬ ਸਤਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਮੰਦ ਮੰਦ ਪਦ ਆਨੰਦ ਕੰਦਾ। ਬੜੇ ਸਹਿਜ ਸਹਿਜ ਚਰਨ ਸਤਿਗੁਰੂ ਜੀ ਜ਼ਮੀਨ ਤੇ ਧਰਦੇ ਐ। ਹੌਲੇ ਹੌਲੇ ਜੀ ਚਾਲ ਮਹਾਰਾਜ ਜੀ ਟੁਰਦੇ ਜਾ ਰਹੇ ਹਨ। ਪਦਵੀ ਧਰਤ ਜੋ ਦਾਸ ਮੁਕੰਦਾ। ਐਸੇ ਸੋਹਣੇ ਚਰਨ ਜਿਨ੍ਹਾਂ ਚਰਨਾਂ ਨੂੰ ਮੁਕਤੀ ਦਾਤੇ ਜਾਣ ਕੇ ਗੁਰਸਿੱਖ ਆਪਣੇ ਹਿਰਦਿਆਂ 'ਚ ਵਸਾਉਂਦੇ ਹਨ। ਸਪਤ ਸਰਬਰੀ ਪੰਥ ਬਿਤਾਈ। 7 ਰਾਤਾਂ ਰਸਤੇ 'ਚ ਸਤਿਗੁਰਾਂ ਨੇ ਬਤੀਤ ਕੀਤੀਆਂ। ਏਮਨਾਬਾਦ ਤੋਂ ਨਨਕਾਣਾ ਸਾਹਿਬ ਨੂੰ ਜਾਂਦਿਆਂ ਚਲਤਿਓ ਤਲਵੰਡੀ ਨਿਰਾਈ। 7 ਰਾਤਾਂ ਤੇ 7 ਦਿਨ ਬੀਤ ਗਏ। ਤੋ ਗਰੀਬ ਨਵਾਜ ਪਾਤਸ਼ਾਹ ਚਲਦਿਆਂ ਚਲਦਿਆਂ ਸਹਿਜੇ ਸਹਿਜ ਥੋੜਾ ਥੋੜਾ ਪੈਂਡਾ ਤੈਅ ਕਰਦੇ। ਮਹਾਰਾਜ 7 ਦਿਨਾਂ ਵਿੱਚ ਗਰੀਬ ਨਵਾਜ ਜੀ ਤਲਵੰਡੀ ਦੇ ਨੇੜੇ ਪਹੁੰਚ ਗਏ। ਬਾਹਰ ਬੈਸ ਗਏ ਗਤ ਦਾਨਾ। ਮੁਕਤੀ ਦਾਤੇ ਸਤਿਗੁਰੂ ਜੀ ਨਗਰ ਦੇ ਵਿੱਚ ਨਹੀਂ ਗਏ। ਨਗਰ ਦੇ ਬਾਹਰ-ਬਾਹਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੈਠ ਗਏ। ਚੰਦਰਪਾਨ ਕੇ ਕੂਪ ਸਥਾਨਾ। ਕਿੱਥੇ ਬੈਠੇ ਨੇ? ਬਾਬੇ ਚੰਦਰਪਾਨ ਦੇ ਖੂਹ ਤੇ ਆ ਕੇ ਕਿਨਾਰੇ ਡੇਰਾ ਲਾਇਆ ਸਤਿਗੁਰਾਂ। ਤਲਵੰਡੀ ਸਾਹਿਬ ਜਿਹੜੀ ਬਾਹਰ ਖੇਤੀ ਵਾਲੀ ਜ਼ਮੀਨ ਸੀ ਨਨਕਾਣਾ ਸਾਹਿਬ, ਉੱਥੇ ਬਾਹਰ ਖੇਤਾਂ ਦੇ ਵਿੱਚ ਇੱਕ ਖੂਹ ਹੈ ਬਾਬੇ ਚੰਦਰਪਾਨ ਦਾ। ਭਲਾ ਇਹ ਬਾਬਾ ਚੰਦਰਪਾਨ ਜੀ ਕੌਣ ਸਨ? ਇਹ ਭਾਈ ਬਾਲਾ ਜੀ ਦੇ ਪਿਤਾ ਜੀ ਸਨ। ਉਹਨਾਂ ਦੀ ਜ਼ਮੀਨ ਸੀ, ਉਹਨਾਂ ਦਾ ਖੂਹ ਸੀ। ਉਸ ਖੂਹ ਦੇ ਕੰਢੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੈਠ ਗਏ। ਬਾਲੇ ਕੇ ਪਿਤ ਕੋ ਇਹ ਨਾਮੋ। ਬਾਬਾ ਚੰਦਰਪਾਨ ਜੀ ਭਾਈ ਬਾਲਾ ਜੀ ਦੇ ਪਿਤਾ ਜੀ ਸਨ। ਉਹਨਾਂ ਦਾ ਇਹ ਖੂਹ ਹੈ। ਆਸਨ ਪਰੇ ਅਸੀਨ ਸੁਖ ਧਾਮੋ। ਸੁੱਖਾਂ ਦੇ ਧਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜ਼ਮੀਨ ਦੇ ਉੱਤੇ ਥੋੜਾ ਜਿਹਾ ਕੋਈ ਆਸਣ ਵਿਛਾਇਆ ਹੈ।
ਤੇ ਉੱਥੇ ਹੀ ਖੂਹ ਦੇ ਕੰਢੇ ਤੇ ਬੈਠ ਗਏ ਨੇ, ਸਜ ਗਏ ਨੇ। ਅਗਰਜ ਬੈਸ ਗਇਓ ਮਰਦਾਨਾ। ਮਹਾਰਾਜ ਜੀ ਦੇ ਸਾਹਮਣੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਬੈਠੇ ਹਨ। ਮੈਂ ਪਾਛੇ ਮਦ ਮਇਆ ਨਿਧਾਨਾ। ਤੇ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਪਿਛਲੇ ਪਾਸੇ ਬਹਿ ਗਿਆ। ਅੱਗੇ ਭਾਈ ਮਰਦਾਨਾ ਜੀ ਬੈਠੇ, ਕਹਿੰਦੇ ਮੈਂ ਉਹਨਾਂ ਦੇ ਪਿਛਲੇ ਪਾਸੇ ਪਿੱਠ ਵਾਲੇ ਪਾਸੇ ਹੱਥ ਵਿੱਚ ਮੋਰ ਦੇ ਖੰਭਾਂ ਦਾ ਮੁੱਠਾ ਲੈ ਕੇ ਬੈਠ ਗਿਆ। ਦੋਹਰਾ ਸ਼੍ਰੀ ਗੁਰ ਪਦ ਨਖ ਕਾਂਤ ਜੋ ਕਵ ਕਾ ਕੇ ਸਮਝਾਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਜਿਹੜੇ ਨੋਹ ਨੇ ਨਾ, ਨਖ ਕਹਿੰਦੇ ਨੇ ਨੋਹਾਂ ਨੂੰ, ਮਹਾਰਾਜ ਜੀ ਦੇ ਚਰਨਾਂ ਦੇ ਨੋਹਾਂ ਦੀ ਜਿਹੜੀ ਕ੍ਰਾਂਤੀ ਹੈ, ਕਹਿੰਦੇ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਲਗਾਮ ਹੋਵੇ। ਕਵਕਾ ਘੋੜੇ ਦੇ ਮੂੰਹ ਵਿੱਚ ਪਾਉਣ ਵਾਲੀ ਜਿਹੜੀ ਲਗਾਮ, ਉਹਨੂੰ ਕਵਕਾ ਕਹਿੰਦੇ ਆ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੇ ਨੋਹਾਂ ਦੀ ਜਿਹੜੀ ਕ੍ਰਾਂਤੀ ਹੈ, ਚਮਕ ਹੈ, ਉਹਨੂੰ ਕਵਕਾ ਜਾਣ ਕੇ, ਲਗਾਮ ਜਾਣ ਕੇ। ਤਰਲ ਤੋ ਰੰਗ ਮਨ ਦੇ ਮੁਖ ਕਹੋ ਕਥਾ ਗਤ ਦਾਨ। ਮੈਂ ਆਪਣੇ ਚੰਚਲ ਘੋੜੇ ਰੂਪੀ ਮਨ ਨੂੰ, ਜਿਹੜਾ ਮੇਰਾ ਮਨ ਚੰਚਲ ਘੋੜੇ ਦੇ ਸਮਾਨ ਵਸ 'ਚ ਨਹੀਂ ਰਹਿੰਦਾ, ਉਹਦੇ ਮੂੰਹ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੀ ਕ੍ਰਾਂਤੀ ਦੀ ਕਵਕਾ ਲਗਾਮ ਦੇ ਕੇ ਆਪਣੇ ਮਨ ਰੂਪੀ ਘੋੜੇ ਨੂੰ ਕਾਬੂ ਕਰਕੇ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮੁਕਤੀ ਦੇਣ ਵਾਲੀ ਕਥਾ ਕਹਿੰਦਾ ਮਾਂ। ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਦੀ ਜਿਹੜੀ ਗਤ ਦਾਨ ਮੁਕਤੀ ਦੇਣ ਵਾਲੀ ਕਥਾ ਹੈ, ਉਹ ਮੈਂ ਕਹਿੰਦਾ ਹਾਂ, ਉਹ ਸੁਣਾਉਂਦਾ ਹਾਂ। ਸ਼੍ਰੀ ਬਾਲਾ ਸੰਧੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ। ਚੌਪਈ ਬੈਸੇ ਸ਼੍ਰੀ ਗੁਰ ਰੂਪ ਅਨੂਪਾ। ਅਨੂਪਮ ਸਰੂਪ ਵਾਲੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹਨ। ਮੋਰ ਪਿਤਾ ਕੋ ਹੁਤੋ ਜੋ ਕੂਪਾ। ਭਾਈ ਬਾਲਾ ਜੀ ਕਹਿੰਦੇ ਮੇਰੇ ਪਿਤਾ ਜੀ ਦਾ ਖੂਹ ਸੀ ਜਿਹੜਾ ਬਾਬੇ ਚੰਦਰਭਾਨ ਦਾ, ਉੱਥੇ ਸਤਿਗੁਰੂ ਜੀ ਬੈਠੇ ਹਨ। ਤਹ ਬਿਲੋਕ ਇੱਕ ਨਰਗਾ ਨਗਰੀ। ਨਗਰ ਅਸੀਂ ਸੁਨਿਆ ਨਹੀਂ ਭੇਜਿਆ। ਕਹਿੰਦੇ ਉੱਥੋਂ ਹੀ ਇੱਕ ਬੰਦੇ ਨੇ ਸਤਿਗੁਰਾਂ ਨੂੰ ਬੈਠਿਆਂ ਵੇਖਿਆ, ਵੇਖ ਕੇ ਉਹ ਆਪੇ ਹੀ ਨਗਰ ਚਲਾ ਗਿਆ। ਘਰ ਕਾਲੂ ਕੇ ਸੁਧ ਦੀ ਸਗਰੀ। ਉਹਨੇ ਜਾ ਕੇ ਪਿਤਾ ਮਹਿਤਾ ਕਾਲੂ ਜੀ ਨੂੰ, ਪਟਵਾਰੀ ਜੀ ਨੂੰ ਖਬਰ ਦੇ ਦਿੱਤੀ। ਭਾਈ ਬਾਲਾ ਜੀ ਕਹਿੰਦੇ ਅਸੀਂ ਨਹੀਂ ਗਏ ਪਿੰਡ, ਅਸੀਂ ਤਾਂ ਬਾਹਰ ਬਹਿ ਗਏ ਸਤਿਗੁਰਾਂ ਦੇ ਕੋਲ ਚੰਦਰਭਾਨ ਦੇ ਖੂਹ ਤੇ। ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਇੱਕ ਬੰਦਾ ਉੱਥੋਂ ਲੰਘਿਆ ਜਾਂਦਾ ਸੀ, ਪਿੰਡ ਦਾ ਹੀ ਤਲਵੰਡੀ ਦਾ। ਉਹਨੇ ਨਗਰ 'ਚ ਜਾ ਕੇ ਪਿਤਾ ਜੀ ਦੇ ਕੋਲ ਜਾ ਕੇ ਘਰ ਖਬਰ ਦਿੱਤੀ। ਸੁਨਿਓ ਸ਼ਰੋਨ ਜਬ ਕਾਲੂ ਲਾਲੂ। ਜਦੋਂ ਪਿਤਾ ਮਹਿਤਾ ਕਾਲੂ ਜੀ ਔਰ ਚਾਚਾ ਲਾਲੂ ਜੀ ਨੇ ਸੁਣਿਆ ਕਿ ਨਾਨਕ ਆ ਕੇ ਬਾਹਰ ਬੈਠਾ ਹੋਇਆ ਹੈ, ਉਠ ਕਰ ਗਵਨ ਕੀਓ ਤਤਕਾਲੂ। ਚਾਚਾ ਲਾਲੂ ਜੀ ਔਰ ਪਿਤਾ ਮਹਿਤਾ ਕਾਲੂ ਜੀ ਦੋਵੇਂ ਸੱਕੇ ਭਰਾ ਨੇ। ਇਹ ਇੱਕਦਮ ਬੜੀ ਕਾਹਲੀ ਨਾਲ, ਤੇਜ਼ੀ ਨਾਲ ਚੱਲ ਕੇ ਬਾਹਰ ਨੂੰ ਗਏ। ਮਨ ਹੋਤੇ ਬਹੁਤ ਦਿਨ ਕੇ ਪਿਆਸੇ। ਕਹਿੰਦੇ ਏਦਾਂ ਬੜੀ ਕਾਹਲੀ ਤੇ ਉਤਾਵਲੇ ਹੋ ਕੇ ਗਏ ਨੇ, ਕਾਹਲੀ ਨਾਲ, ਮਾਨੋ ਜਿਵੇਂ ਕਈ ਦਿਨਾਂ ਦੇ ਪਿਆਸੇ ਹੋਣ। ਚੱਲ ਕੋ ਸੁਨ ਦੌਰੇ ਤੇ ਪਾਸੇ। ਤੇ ਸੁਣਿਆ ਹੋਵੇ ਵੀ ਬਾਹਰ ਪਾਣੀ ਮਿਲਦਾ ਪੀਣ ਨੂੰ, ਤੇ ਭੱਜ ਕੇ ਪਾਣੀ ਪੀਣ ਜਾਂਦੇ ਹੋਣ। ਏਦਾਂ ਉਤਾਵਲੇ ਹੋ ਕੇ ਗਏ। ਦੋਹਰਾ ਸ਼੍ਰੋਨਨ ਸੁਨ ਜਨਨੀ ਮਨੰ ਅਰਨਵ ਮਨਹੁ ਸਮਾਨ। ਇਧਰ ਮਾਤਾ ਤ੍ਰਿਪਤਾ ਜੀ ਨੇ ਜਦੋਂ ਆਪਣੇ ਸ਼ਰਵਣੀ ਸੁਣਿਆ ਕਿ ਮੇਰਾ ਲਾਲ ਆਇਆ ਹੈ, ਤਾਂ ਏਦਾਂ ਖੁਸ਼ੀ ਹੋਈ ਮਾਨੋ ਜਿਵੇਂ ਕੋਈ ਕਮਲ ਦਾ ਫੁੱਲ ਨਹੀਂ ਖਿੜ ਜਾਂਦਾ ਸੂਰਜ ਨੂੰ ਵੇਖ ਕੇ, ਜਾਂ ਏਦਾਂ ਕਹਿ ਲਈਏ ਵੀ ਜਿਵੇਂ ਸਮੁੰਦਰ ਨਹੀਂ ਉਛਲਦਾ, ਚੰਦਰਮਾ ਨੂੰ ਵੇਖ ਕੇ ਸਮੁੰਦਰ ਉਛਲਦਾ ਨਾ, ਜਵਾਰ ਭਾਟਾ ਆਉਂਦਾ। ਕਹਿੰਦੇ ਏਦਾਂ ਮਾਤਾ ਜੀ ਦੇ ਮਨ 'ਚ ਜਿਵੇਂ ਉਛਾਲ ਪੈਦਾ ਹੋਇਆ ਹੋਵੇ ਸਮੁੰਦਰ ਵਾਂਗੂ। ਪੀਤੀ ਜਿਉ ਉਮਗਤ ਚਲੀ ਸੁਤਰਾਂ ਕੇਸ਼ ਪ੍ਰਮਾਨ। ਕਹਿੰਦੇ ਜਿਵੇਂ ਤਰੰਗ ਨਹੀਂ ਏਦਾਂ ਉੱਠਦੀ ਸਮੁੰਦਰ ਤੋਂ, ਤੇ ਤਰੰਗ ਵਾਂਗੂ ਉਛਲ ਕੇ ਮਾਤਾ ਤ੍ਰਿਪਤਾ ਜੀ ਏਦਾਂ ਕਾਹਲੀ ਨਾਲ ਟੁਰੇ ਜਾਂਦੇ ਨੇ ਆਪਣੇ ਚੰਦਰਮਾ ਸਰੀਖੇ ਲਾਲ ਗੁਰੂ ਨਾਨਕ ਸਾਹਿਬ ਨੂੰ ਵੇਖਣ ਵਾਸਤੇ। ਜਿਵੇਂ ਚੰਦਰਮਾ ਨੂੰ ਵੇਖ ਕੇ ਸਮੁੰਦਰ 'ਚ ਤਰੰਗਾਂ ਉੱਠਦੀਆਂ ਨੇ ਨਾ, ਉੱਪਰ ਨੂੰ ਜਵਾਰ ਭਾਟਾ ਜਦੋਂ ਆਉਂਦਾ, ਇੱਕ ਤਰੰਗ ਏਦਾਂ ਉੱਠ ਕੇ ਆਉਂਦੀ, ਕਿਨਾਰੇ ਤੱਕ ਆਉਂਦੀ, ਫਿਰ ਪਿੱਛੋਂ ਦੂਜੀ ਤਰੰਗ ਆਉਂਦੀ, ਤੀਜੀ ਆਉਂਦੀ, ਉਹ ਚੰਦਰਮਾ ਨੂੰ ਮਿਲਣ ਵਾਸਤੇ ਸਮੁੰਦਰ ਉਛਲਦਾ। ਕਹਿੰਦੇ ਏਦਾਂ ਮਾਤਾ ਜੀ ਉਸ ਸਮੁੰਦਰ ਦੀ ਤਰੰਗ ਵਾਂਗੂ ਉਛਲਦੇ ਆਏ ਗੁਰੂ ਨਾਨਕ ਸਾਹਿਬ ਰੂਪੀ ਰੰਕੇਸ਼। ਰੰਕੇਸ਼ ਦਾ ਮਤਲਬ ਹੁੰਦਾ ਚੰਦਰਮਾ।
ਚੰਦਰਮਾ ਰੂਪੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ। ਚੌਪਈ ਬਤਸ ਬਿਲੋਕ ਨ ਬਹੁਤੇ ਬਾਸੁਰ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਕਿਸੇ ਗਊ ਨੇ ਆਪਣਾ ਵਤਸਲ ਬੜੇ ਸਮੇਂ ਤੋਂ ਨਾ ਵੇਖਿਆ ਹੋਵੇ। ਬਛ ਬਿਛੋਬ ਨਹਿ ਛਕਿਆ ਤੁਰ। ਤੇ ਗਊ ਆਪਣੇ ਬਛੜੇ ਦੇ ਵਿਛੋੜੇ 'ਚ ਆਤੁਰ ਹੋ ਜਾਂਦੀ ਹੈ, ਬੇਬਲ ਹੋ ਜਾਂਦੀ ਹੈ। ਚਲੀ ਧਾਏ ਅਟ ਪਟ ਪਗ ਪਾਵ ਹੈ। ਜਦੋਂ ਅਚਾਨਕ ਉਹ ਆਪਣੇ ਬਛੜੇ ਨੂੰ ਵੇਖੇ ਤੇ ਸਭ ਕੁਝ ਤੋੜ ਤਾੜ ਕੇ ਭੱਜ ਕੇ ਉਹਨੂੰ ਮਿਲਦੀ ਹੈ। ਕਹਿੰਦੇ ਏਦਾਂ ਉਸ ਵਾਤ ਛੱਲਿਆ ਰਸ ਦੇ ਮੁਤਾਬਕ ਮਾਤਾ ਤ੍ਰਿਪਤਾ ਜੀ ਕਾਲੀ ਕਾਲੀ ਟੁਰਦੇ, ਸਰੀਰ ਬਿਰਧ ਹੋਣ ਵਾਲਾ, ਬਿਰਧ ਅਵਸਥਾ 'ਚ ਨੇ ਤੇ ਪੈਰ ਜ਼ਮੀਨ ਤੇ ਕਾਲੀ ਨਾਲ ਅਟਪਟੇ ਜੇ ਰੱਖਦੇ ਆ। ਅਟਪਟੇ ਜਦੋਂ ਬੰਦਾ ਤੇਜ਼ੀ ਨਾਲ ਟੁਰਦਾ ਸੱਜੇ ਖੱਬੇ ਪੈਰ, ਏਦਾਂ ਮਾਤਾ ਜੀ ਚੱਲਦੇ ਜਾ ਰਹੇ ਨੇ। ਬਿਲੋਂ ਉਤਾਇਲ ਅਸਮਨ ਲਿਆਵਹਿ। ਮਨ 'ਚ ਇੱਛਾ ਵੀ ਛੇਤੀ ਜਾ ਕੇ ਮੈਂ ਆਪਣੇ ਲਾਲ ਨੂੰ ਮਿਲਾਂ। ਸੁਨ ਸੁਨ ਸਭ ਕੁਟੰਬ ਕੀ ਗਵਨਾ। ਸਾਰੇ ਪਰਿਵਾਰ ਦੇ ਜਿਹੜੇ ਹੋਰ ਜੀ ਸਨ ਉਹ ਵੀ ਸੁਣ ਸੁਣ ਕੇ ਚੱਲੇ ਹਨ। ਕਹਾਂ ਗਏ ਜਿਹ ਥੇ ਗੁਣ ਭਵਨਾ। ਜਿੱਥੇ ਗੁਣਾਂ ਦੇ ਭਵਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਸਨ, ਉੱਥੇ ਚੱਲ ਕੇ ਆਏ। ਜਨਨ ਜਨਕ ਆਵਤ ਜਬ ਹੇਰੇ। ਕਹਿੰਦੇ ਜਿਸ ਵਕਤ ਸਤਿਗੁਰੂ ਜੀ ਨੇ ਵੇਖਿਆ ਕਿ ਪਿਤਾ ਜੀ ਆ ਰਹੇ ਨੇ ਤੇ ਮਾਤਾ ਜੀ ਆ ਰਹੇ ਨੇ, ਕਮਲਾਨਨ ਉਠ ਕਰ ਬਿਨ ਦੇਰੇ। ਇਹਨਾਂ ਦੇਰੀ ਤੋਂ ਮਾਤਾ ਪਿਤਾ ਦੇ ਸਤਕਾਰ ਵਜੋਂ ਸਤਿਗੁਰੂ ਜੀ ਉੱਠ ਕੇ ਖਲੋ ਗਏ। ਦਇਆਨੰਦ ਸੁਆਮੀ ਕਿ ਪਿਤਾ ਜੀ ਤੇ ਮਾਤਾ ਜੀ ਆ ਰਹੇ ਨੇ, ਵੇਖ ਕੇ ਸਤਿਗੁਰੂ ਜੀ ਉੱਠ ਕੇ ਖਲੋਤੇ ਹਨ। ਸਭਨ ਪਦਨ ਪਰ ਬੰਧਨ ਕੀਨੀ। ਔਰ ਜਿਹੜੇ ਹੋਰ ਵੀ ਪਰਿਵਾਰ ਦੇ ਜੀ ਸਨ ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਨਮਸਕਾਰ ਕੀਤੀ। ਪਿਤਾ ਜੀ ਦੇ ਚਰਨਾਂ ਤੇ, ਮਾਤਾ ਜੀ ਦੇ ਚਰਨਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਣਾਮ ਕੀਤੀ। ਜਨਨੀ ਹਰਖ ਆਸ਼ਿਖਾ ਦੀਨੀ। ਮਾਤਾ ਜੀ ਨੇ ਬੜੇ ਖੁਸ਼ ਹੋ ਕੇ ਸਾਹਿਬ ਜੀ ਨੂੰ ਅਸੀਸ ਦਿੱਤੀ। ਕਰ ਸੋ ਲਾਏ ਨੀਰ ਦ੍ਰਿਗ ਜਾਈ। ਘੁੱਟ ਕੇ ਗੁਰੂ ਨਾਨਕ ਸਾਹਿਬ ਨੂੰ ਗਲ ਨਾਲ ਲਾ ਲਿਆ ਮਾਤਾ ਤ੍ਰਿਪਤਾ ਨੇ। ਮਾਤਾ ਜੀ ਦੇ ਨੇਤਰਾਂ ਚੋਂ ਨੀਰ ਵਹਿੰਦਾ ਚਲਿਆ ਜਾ ਰਿਹਾ ਹੈ। ਮਹਾ ਮੋਹ ਮਾਤਾ ਬਿਰਮਾਈ। ਔਰ ਮਹਾ ਮੋਹ ਦੇ ਵਿੱਚ ਮਾਤਾ ਜੀ ਦਾ ਮਨ ਬਿਰਮ ਰਿਹਾ ਹੈ। ਤਾਜ ਨਾ ਸਕਤ ਸੁਧ ਕੋ ਨਿਜ ਅੰਕਾ। ਆਪਣੇ ਲਾਲ ਨੂੰ ਆਪਣੀ ਗੋਦ ਚੋਂ, ਆਪਣੇ ਅੰਕ ਚੋਂ ਛੱਡਦੇ ਨਹੀਂ। ਮਨ ਨਹੀਂ ਕਰਦਾ ਕਿ ਸਤਿਗੁਰਾਂ ਨੂੰ ਆਪਣੀ ਗਲ ਵਕੜੀ ਚੋਂ ਛੱਡਾਂ। ਜਿਉ ਪਾਵੈ ਪਾਰਸ ਕਿਤ ਰੰਕਾ। ਕਹਿੰਦੇ ਮਾਨੋ ਜਿਵੇਂ ਕਿਸੇ ਰੰਕ ਨੂੰ ਅਚਾਨਕ ਪਾਰਸ ਦਾ ਪੱਥਰ ਮਿਲ ਜੇ ਤੇ ਉਹ ਛੱਡ ਨਹੀਂ ਸਕਦਾ, ਏਦਾਂ ਮਾਤਾ ਜੀ ਗੁਰੂ ਨਾਨਕ ਸਾਹਿਬ ਨੂੰ ਗਲ ਵਕੜੀ 'ਚ ਲਿਆ ਹੋਇਆ ਹੈ ਤੇ ਛੱਡਣ ਨੂੰ ਚਿੱਤ ਨਹੀਂ ਕਰਦਾ। ਅਸ਼ਰੂਪਾਤ ਸੋ ਪੀਗੇ ਅੰਗਾ। ਨੇਤਰਾਂ ਦੇ ਜਲ ਨਾਲ ਮਾਤਾ ਜੀ ਦੇ ਨੇਤਰਾਂ ਦੇ ਜਲ ਨਾਲ ਸਤਿਗੁਰਾਂ ਦੇ ਸਰੀਰ ਦੇ ਅੰਗ ਭਿੱਜ ਗਏ ਹਨ। ਮਨੋ ਪ੍ਰੇਮ ਪਰਵਾਹੇ ਉਮੰਗਾ। ਮਾਨੋ ਇਹ ਪ੍ਰੇਮ ਦਾ ਪ੍ਰਵਾਹ ਹੈ, ਇਹ ਪ੍ਰੇਮ ਦੀਆਂ ਨਹਿਰਾਂ ਨੇ ਜੋ ਮਾਤਾ ਜੀ ਦੇ ਨੇਤਰਾਂ ਚੋਂ ਵਹਿ ਟੁਰੀਆਂ ਹਨ। ਦੋਹਰਾ ਦੇਖ ਗੁਰੂ ਕੋ ਦੇਖ ਕਰ ਪਿਤ ਵਿਸ਼ੇਖ ਰਿਸਮਾਨ। ਪਿਤਾ ਜੀ ਨੇ ਜਦੋਂ ਆਪਣੇ ਪੁੱਤਰ ਦਾ ਵੇਸ਼ ਵੇਖਿਆ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਲਿਬਾਸ ਧਾਰਨ ਕੀਤਾ ਸੀ, ਉਹ ਜਦੋਂ ਪਿਤਾ ਜੀ ਨੇ ਵੇਖਿਆ ਤੇ ਵੇਖ ਕੇ ਬੜੇ ਗੁੱਸੇ ਵਿੱਚ ਆਏ। ਕੱਟ ਕੁਪੀਨ ਇੱਕ ਨੁਕਤ ਕਰ ਦੋ ਦੁਪਟੇ ਸੰਭਿਆਨ। ਕੀ ਵੇਖਿਆ ਕਿ ਸਤਿਗੁਰੂ ਜੀ ਦੇ ਪਾਸ ਦੋ ਚਾਦਰੇ ਨੇ, ਤੇੜ ਲੰਗੋਟ ਲਾਇਆ ਹੋਇਆ ਔਰ ਮਹਾਰਾਜ ਜੀ ਨੇ ਤੇੜ ਇੱਕ ਧੋਤੀ ਬੱਧੀ ਹੋਈ ਤੇ ਇੱਕ ਚਾਦਰ ਹੈ, ਉਸ ਚਾਦਰ ਦੇ ਨਾਲ ਮਹਾਰਾਜ ਜੀ ਨੇ ਬੁੱਕਲ ਮਾਰੀ ਹੋਈ ਹੈ। ਉਦਾਸੀ ਮਹਾਂਪੁਰਸ਼ਾਂ ਦਾ ਜਿਹੜਾ ਭੇਸ ਹੁੰਦਾ ਹੈ, ਉਦਾਂ ਦਾ ਭੇਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਤੇ ਧਾਰਨ ਕੀਤਾ ਹੋਇਆ ਹੈ। ਪਿਤਾ ਜੀ ਨੇ ਜਦੋਂ ਵੇਖਿਆ ਤੇ ਵੇਖ ਕੇ ਬੜੇ ਗੁੱਸੇ ਵਿੱਚ ਆਏ। ਚੌਪਈ ਕਟਹਿ ਲਪੇਟਿਓ ਇੱਕ ਸੰਭਿਆਨਾ। ਸੰਭਿਆਨਾ ਕਹਿੰਦੇ ਆ ਚਾਦਰੇ ਨੂੰ। ਇੱਕ ਚਾਦਰਾ ਮਹਾਰਾਜ ਜੀ ਨੇ ਲੱਕ ਦੇ ਨਾਲ ਬੱਧਾ ਹੋਇਆ ਹੈ ਤੂੰ ਜੋ ਤਨ ਪਰਮਇਆ ਨਿਧਾਨਾ। ਔਰ ਉਹ ਥੋੜਾ ਜਿਹਾ ਉੱਚਾ ਕਰਕੇ ਬੱਧਾ ਤੇ ਦੂਜਾ ਚਾਦਰਾ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਜਿਵੇਂ ਗਾਤੀ ਬੰਨੀ ਦੀ ਹੈ,
ਏਦਾਂ ਮਹਾਰਾਜ ਜੀ ਨੇ ਆਪਣੇ ਤਨ ਤੇ ਲਿਆ ਹੋਇਆ ਹੈ। ਏਕ ਨੁਕਤ ਸਿਰ ਉਪਰ ਸੋ ਹੈ। ਔਰ ਇੱਕ ਛੋਟਾ ਜਿਹਾ ਸਾਫਾ ਹੈ 2-2.5 ਗਜ ਦਾ, ਜਿਹੜਾ ਮਹਾਰਾਜ ਜੀ ਨੇ ਆਪਣੇ ਸੀਸ ਤੇ ਬੱਧਾ ਹੋਇਆ ਹੈ। ਮਿਲਤੀ ਜੁਗਲ ਗਜਨ ਕਾ ਜੋ ਹੈ। ਕਹਿੰਦੇ 2 ਗਜਾਂ ਦਾ ਮਹਾਰਾਜ ਜੀ ਦੇ ਸੀਸ ਦੇ ਉੱਤੇ ਇੱਕ ਛੋਟਾ ਜਿਹਾ ਸਾਫਾ ਹੈ, ਉਹ ਮਹਾਰਾਜ ਜੀ ਨੇ ਸੀਸ ਦੇ ਉੱਤੇ ਲਪੇਟਿਆ ਦਸਤਾਰਾ ਬਣਾ ਕੇ। ਐਸੋ ਧਿਆਨ ਤਰਤ ਸਿੱਖ ਜੇਊ। ਮਾਂ ਕਵੀ ਜੀ ਕਹਿੰਦੇ ਮੇਰੇ ਸਾਹਿਬ ਦਾ ਸਰੂਪ ਹੈ। ਉੱਥੇ ਵੇਖੋ ਸਾਧ ਸੰਗਤ ਜੀ, ਜਿਹੜਾ ਸਤਿਗੁਰਾਂ ਦੇ ਐਸੇ ਸੋਹਣੇ ਸਰੂਪ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦਾ ਹੈ, ਮਨ ਬਾਛਤ ਫਲ ਪਾਵਹਿ ਤੇਊ। ਉਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਸਤਿਗੁਰਾਂ ਦੇ ਐਸੇ ਸਰੂਪ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦਾ, ਜਿਹੜਾ ਵੀ ਸਿੱਖ ਧਾਰਨ ਕਰੇਗਾ, ਮਹਾਕਵੀ ਜੀ ਕਹਿੰਦੇ ਉਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਵੇਗੀ। ਜਬ ਕਾਲੂ ਪਿਖਰਿ ਸਮਨ ਕੀਨੀ। ਜਦੋਂ ਪਿਤਾ ਜੀ ਵੇਖ ਕੇ ਗੁੱਸੇ 'ਚ ਆ ਰਹੇ ਸਨ, ਨੇਤਰ ਲਾਲ ਕਰ ਰਹੇ ਸਨ, ਲਾਲੂ ਸਭ ਬਿਦ ਮਨ ਮਹਿ ਤੇ ਚੀਨੀ। ਚਾਚਾ ਲਾਲੂ ਜੀ ਨੇ ਵੇਖ ਲਿਆ ਵੀ ਹੁਣ ਭਾਈ ਸਾਹਿਬ ਗੁੱਸੇ 'ਚ ਆਉਣਗੇ ਵੱਡੇ ਭਰਾ ਜੀ, ਵੀ ਗੁੱਸਾ ਆ ਰਿਹਾ ਇਹਨਾਂ ਨੂੰ ਸਤਿਗੁਰਾਂ ਦਾ ਸਰੂਪ ਵੇਖ ਕੇ, ਭੇਸ ਵੇਖ ਕੇ। ਚਾਚਾ ਲਾਲੂ ਜੀ ਨੇ ਪਿਤਾ ਮਹਿਤਾ ਕਾਲੂ ਜੀ ਦਾ ਗੁੱਸਾ ਵੇਖ ਲਿਆ, ਸਰਬ ਬਿਦਨ ਸੋ ਅਧਿਕ ਬੁੱਧਵਾਨਾ। ਕਿਉਂਕਿ ਚਾਚਾ ਲਾਲੂ ਜੀ ਬੜੇ ਸਿਆਣੇ, ਸੂਝਵਾਨ, ਸ਼ਾਂਤ ਮਤੇ ਦੇ ਧਾਰਨੀ ਸਨ। ਉਹਨਾਂ ਨੇ ਭਾਂਪ ਲਿਆ ਵੀ ਹੁਣੇ ਗੁੱਸੇ ਵਿੱਚ ਆਉਣਗੇ। ਕਰ ਵਿਚਾਰ ਤਿਨ ਬਚਨ ਬਖਾਨਾ। ਉਹਨਾਂ ਨੇ ਆਪਣੇ ਭਰਾ ਦੇ ਹੱਥ ਫੜੇ, ਵੱਡੇ ਭਰਾ ਸਨ ਚਾਚਾ ਲਾਲੂ ਜੀ ਦੇ ਪਿਤਾ ਮਹਿਤਾ ਕਾਲੂ ਜੀ, ਹੱਥ ਪਕੜ ਕੇ ਪਿਆਰ ਨਾਲ ਆਪਣੇ ਭਰਾ ਨੂੰ ਕਹਿਣ ਲੱਗੇ, ਹਮਰੀ ਤੁਮਰੀ ਏ ਕਹਿ ਲਾਜਾ। ਕਹਿਣ ਲੱਗੇ ਭਰਾ ਜੀ ਸਾਡੀ ਤੇ ਤੁਹਾਡੀ ਇੱਕੋ ਜੀ ਲਾਜ ਹੈ, ਮੈਂ ਤੁਹਾਡੇ ਤੋਂ ਵੱਖਰਾ ਨਹੀਂ, ਤੁਹਾਡਾ ਭਰਾ ਹਾਂ ਛੋਟਾ, ਤੇ ਛੋਟਾ ਭਰਾ ਛੋਟਾ ਪੁੱਤਰ ਦੇ ਬਰਾਬਰ ਹੀ ਹੁੰਦਾ ਹੈ। ਮੇਰੀ ਤੇ ਤੁਹਾਡੀ ਇੱਕੋ ਹੀ ਲਾਜ ਹੈ। ਜਸ ਅਪ ਜਸ ਕੋ ਕਾਜ ਕੋ ਕਾਜਾ। ਚਾਹੇ ਜਸ ਹੋਵੇ ਤਾਂ ਵੀ ਆਪਣਾ ਇਕੱਠਾ ਹੈ, ਜੇ ਅਪਜਸ ਹੋਵੇ ਤਾਂ ਵੀ ਇਕੱਠਾ ਹੈ। ਜੇ ਕੋਈ ਚੰਗਾ ਕੰਮ ਹੋ ਜੇ ਤੇ ਤਾਂ ਵੀ ਆਪਣੀ ਸੋਭਾ, ਜੇ ਕੁਕਾਜ ਹੋ ਜੇ ਤੇ ਜੇ ਆਪਣਾ ਨਰਾਦਰ ਹੁੰਦਾ ਤੇ ਨਾ ਸਮਝੋ ਵੀ ਉਹ ਤੁਹਾਡਾ ਕੱਲਿਆਂ ਦਾ, ਉਹ ਮੇਰਾ ਵੀ ਹੈ ਨਾਲ, ਮੈਂ ਵੀ ਤੁਹਾਡੇ ਨਾਲ ਜੁੜਿਆ ਹੋਇਆ। ਦੋਹਰਾ ਇੱਕ ਬਨਾਰਸੀ ਮਾਤ ਹਮ। ਇੱਕੋ ਸਾਡੀ ਮਾਤਾ ਆ, ਮਾਤਾ ਬਨਾਰਸੀ ਜਿਹਦੀ ਕੁੱਖ ਤੋਂ ਤੁਸੀਂ ਜਨਮ ਲਿਆ, ਤੇ ਇੱਕੋ ਸਾਡੇ ਪਿਤਾ ਨੇ, ਪਿਤਾ ਸ਼ਿਵ ਰਾਮ ਜੀ, ਜਿਨ੍ਹਾਂ ਦੇ ਘਰੋਂ ਆਪਾਂ ਜਨਮ ਲੈ ਕੇ ਆਏ। ਬਾਬਾ ਸ਼ਿਵ ਰਾਮ ਤੇ ਮਾਤਾ ਬਨਾਰਸੀ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਤੇ ਦਾਦੀ ਜੀ ਸਨ। ਕਹਿਣ ਲੱਗੇ ਚਾਚਾ ਲਾਲੂ ਜੀ ਵੀ ਇੱਕੋ ਮਾਂ ਪਿਓ ਦੇ ਘਰ ਬਾਬੇ ਸ਼ਿਵ ਰਾਮ ਤੇ ਮਾਤਾ ਬਨਾਰਸੀ ਦੇ ਘਰ ਆਪਾਂ ਜਨਮ ਲਿਆ, ਆਪਾਂ ਦੋਵੇਂ ਸੱਕੇ ਭਰਾ ਹਾਂ। ਹਮਰਾ ਤੁਮਰਾ ਭੇਦ ਨ ਹੈ ਏਕੋ ਸਭ ਧਾਮ। ਤੁਹਾਡਾ ਤੇ ਸਾਡਾ ਕੋਈ ਭੇਦ ਥੋੜੀ ਹੈ ਭਰਾ ਜੀ, ਇੱਕੋ ਘਰ ਹੈ ਆਪਣਾ, ਤੇ ਇੱਕੋ ਘਰ 'ਚ ਆਪਾਂ ਰਹਿੰਦੇ ਹਾਂ। ਚੌਪਈ ਮਾਨੋ ਬਚਨ ਕਹਿਓ ਅਬ ਮੇਰਾ। ਤੇ ਹੁਣ ਮੈਂ ਜਿਹੜਾ ਬਚਨ ਕਹਿਣ ਲੱਗਾ ਵੀਰ, ਮੇਰਾ ਬਚਨ ਮੰਨ ਲਈ ਆਪਣਾ ਛੋਟਾ ਭਰਾ ਜਾਣ ਕੇ। ਅੱਜ ਤੇ ਮੇਰੀ ਲਾਜ ਇੱਕੋ ਜੀ ਹੈ, ਵੱਖਰੀ ਕੋਈ ਨਹੀਂ। ਤੇ ਮੈਂ ਜੋ ਹੁਣ ਤੁਹਾਨੂੰ ਬਚਨ ਕਹਿਣ ਲੱਗਾ ਭਰਾ ਜੀ, ਵੀਰ ਜੀ ਮੇਰਾ ਬਚਨ ਮੰਨ ਲਿਓ। ਕਠਨ ਸੁਭਾਏ ਅਧਿਕ ਹੈ ਤੇਰਾ। ਕਿਉਂਕਿ ਤੁਹਾਡਾ ਸੁਭਾਅ ਬੜਾ ਕਰੜਾ ਹੈ ਭਰਾ ਜੀ, ਤੁਹਾਡਾ ਸੁਭਾਅ ਬੜਾ ਕ੍ਰੋਧੀ ਹੈ, ਤੁਸੀਂ ਬੜੇ ਕਰੜੇ ਬੋਲ ਬੋਲਦੇ ਹੋ। ਨਹਿ ਦੁਰਬਾਕ ਬਖਾਨੋ ਕੋ। ਤੁਸੀਂ ਨਾਨਕ ਨੂੰ ਕੋਈ ਮਾੜਾ ਬੋਲ ਨਾ ਬੋਲਿਓ। ਹੁਣ ਇਸ ਵਕਤ ਕੋਈ ਦੁਰਬਾਕ, ਕੋਈ ਦੁਰਵਚਨ ਨਾ ਕਹਿਓ। ਰੋਸ ਨਿਵਾਰੋ ਹਿਰਦੇ ਜੋ। ਜਿਹੜਾ ਤੁਹਾਡੇ ਹਿਰਦੇ 'ਚ ਰੋਸ ਆ ਰਿਹਾ ਨਾ, ਇਹ ਰੋਸ ਤੁਸੀਂ ਆਪਣੇ ਹਿਰਦੇ 'ਚੋਂ ਛੱਡ ਦਿਓ, ਤਿਆਗ ਦਿਓ। ਆਨਨ ਉਚਰ ਮਧੁਰ ਬਰ ਬੈਨਾ। ਔਰ ਪਿਆਰ ਭਰੇ ਬੋਲ ਬੋਲਿਓ। ਨਾਨਕ ਨਾਲ ਬੜੇ ਸਾਲਾਂ ਬਾਅਦ ਆਏ ਨੇ, ਕਿਤੇ ਤੁਸੀਂ ਕਰੜਾ ਬੋਲੋ ਤੇ ਉਹ ਇੱਥੋਂ ਹੀ ਵਾਪਸ ਚਲੇ ਜਾਣ ਨਾਰਾਜ਼ ਹੋ ਕੇ। ਇਸ ਕਰਕੇ ਭਰਾ ਜੀ ਪਿਆਰ ਨਾਲ ਮਿੱਠੀ ਮਿੱਠੀ ਬਾਤ ਕਰਿਓ, ਠਰਮੇ ਨਾਲ ਗੱਲ ਕਰਿਓ। ਇੱਕ ਬਾਰ ਲੈ ਚੱਲੀਏ ਐਨਾ। ਆਪਾਂ ਇੱਕ ਵਾਰ ਕਿਸੇ ਤਰੀਕੇ ਨਾਨਕ ਜੀ ਨੂੰ ਘਰ ਲੈ ਚੱਲੀਏ, ਕਿਉਂਕਿ ਹੁਣ ਇੱਥੇ ਬਾਹਰ ਬੈਠੇ ਨੇ ਆ ਕੇ, ਦਾ ਮਤਲਬ ਉਹਨਾਂ ਨੇ ਘਰ ਨਹੀਂ ਆਉਣਾ, ਉਹਨਾਂ ਦਾ ਸੰਕੇਤ ਹੈ।
ਇੱਕ ਵਾਰ ਆਪਾਂ ਉਹਨਾਂ ਨੂੰ ਕਿਸੇ ਤਰੀਕੇ ਘਰ ਲੈ ਚੱਲੀਏ। ਆਸ ਸੁਨ ਕਾਲੂ ਤੂਸ਼ਨ ਰਹਿਓ। ਚਾਚਾ ਲਾਲੂ ਜੀ ਦੇ ਬਚਨ ਸੁਣ ਕੇ ਪਿਤਾ ਮਹਿਤਾ ਕਾਲੂ ਜੀ ਜਿਹੜੇ ਹਾਲੇ ਬੋਲਣ ਹੀ ਲੱਗੇ ਸੀ, ਕੁਝ ਨਾ ਕੁਝ ਜੋ ਪਹਿਲਾਂ ਬੋਲਦੇ ਸਨ, ਇੱਕਦਮ ਚੁੱਪ ਕਰ ਗਏ। ਉਹਨਾਂ ਨੇ ਆਪਣੇ ਗੁੱਸੇ ਤੇ ਕਾਬੂ ਪਾ ਲਿਆ। ਪਿਤਾ ਜੀ ਨੇ ਕਰ ਵਿਚਾਰ ਨੇ ਬਚ ਕਛ ਕਹਿਓ। ਵਿਚਾਰ ਕੀਤੀ ਗੱਲ ਕਿ ਛੋਟਾ ਭਰਾ ਸਹੀ ਗੱਲ ਕਹਿੰਦਾ ਹੈ, ਔਰ ਉਸ ਨੂੰ ਵਿਚਾਰ ਕੇ ਕੁਝ ਕੌੜਾ ਬੋਲ ਨਹੀਂ ਬੋਲਿਆ। ਲਾਲੂ ਟਿਗ ਹੋਇਆ ਬਚਨ ਉਬਾਚਾ। ਪਿਤਾ ਜੀ ਤਾਂ ਚੁੱਪ ਹੀ ਰਹੇ ਤੇ ਚਾਚਾ ਲਾਲੂ ਜੀ ਕੋਲ ਆ ਕੇ, ਸਤਿਗੁਰੂ ਜੀ ਬਹਿ ਗਏ ਥੱਲੇ, ਮਹਾਰਾਜ ਗੁਰੂ ਨਾਨਕ ਸਾਹਿਬ ਇਹ ਵੀ ਕੋਲ ਆ ਕੇ ਬਹਿ ਗਏ ਤੇ ਚਾਚਾ ਲਾਲੂ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਸੁਨ ਨਾਨਕ ਮੈਂ ਤੁਮਰੋ ਚਾਚਾ। ਕਹਿਣ ਲੱਗੇ, ਹੇ ਪੁੱਤਰ ਨਾਨਕ ਤੂੰ ਮੇਰਾ ਭਤੀਜਾ ਹੈ, ਮੈਂ ਤੇਰਾ ਸੱਕਾ ਚਾਚਾ ਹਾਂ। ਅੰਤਰ ਤਨਕ ਤੋਰ ਮਮ ਬੈਸਾ। ਤੇਰਾ ਤੇ ਮੇਰਾ ਉਮਰ ਦਾ ਕੋਈ ਬਹੁਤਾ ਫਰਕ ਨਹੀਂ ਹੈ, ਤੇ ਫਰਕ ਕੋਈ ਨਹੀਂ ਆਪਣੀ ਉਮਰ ਵਿੱਚ ਕੋਈ ਬਹੁਤਾ। ਮੈਂ ਹਾਂ ਤੁਮਰੇ ਤਾ ਤਹ ਜੈਸਾ। ਤੇ ਪਰ ਜਿਹੜਾ ਚਾਚਾ ਹੁੰਦਾ ਨਾ ਉਹ ਪਿਓ ਵਰਗਾ ਹੀ ਹੁੰਦਾ। ਇਹ ਨਾ ਸਮਝੀ ਵੀ ਪਿਓ ਤੇ ਚਾਚੇ 'ਚ ਕੋਈ ਫਰਕ ਹੁੰਦਾ। ਪਿਓ ਦਾ ਹੀ ਭਰਾ ਹੁੰਦਾ ਨਾ ਚਾਚਾ, ਤੇ ਚਾਚਾ ਵੀ ਪਿਓ ਬਰਾਬਰ ਹੀ ਹੁੰਦਾ, ਤੇ ਮੈਂ ਤੇਰੇ ਪਿਤਾ ਦੇ ਵੀ ਬਰਾਬਰ ਹਾਂ। ਦੋਹਰਾ ਜਬ ਵਿਦੇਸ਼ ਉਠ ਕਰ ਚੱਲੇ ਰੁਦਨ ਕਰਤ ਤਵ ਮਾਤ। ਇਹ ਪੁੱਤਰ ਨਾਨਕ ਜਦੋਂ ਤੂੰ ਉੱਠ ਕੇ ਵਿਦੇਸ਼ ਚਲਾ ਗਿਆ ਨਾ, ਤੇ ਤੇਰੀ ਮਾਂ ਜਿਹੜੀ ਰੋ ਰੋ ਕੇ ਅੰਦਰ ਸਮਾਂ ਬਤੀਤ ਕਰਦੀ ਆ, ਉਹ ਮੈਨੂੰ ਪਤਾ ਹੈ ਕਿ ਤੇਰੀ ਮਾਤਾ ਪਿੱਛੇ ਰੁਦਨ ਕਰਦੀ ਆ, ਬਹੁਤ ਜ਼ਿਆਦਾ ਰੋਂਦੀ ਐ। ਸੁਤ ਕੋ ਬਿਰਹਿ ਵਿਚਾਰ ਕੈ ਬਿਲਪਤ ਬਾਸੁਰ ਰਾਤ। ਆਪਣੇ ਪੁੱਤਰ ਦਾ ਵਿਛੋੜਾ ਜਾਣ ਕੇ ਰਾਤ ਦਿਨ ਵਿਰਲਾਪ ਕਰਦੀ ਆ, ਰਾਤ ਦਿਨ ਬੇਬਲ ਹੁੰਦੀ ਐ। ਚੌਪਈ ਕਾਲੂ ਤੁਮ ਹੈ ਕੁਵਾਕ ਉਚਾਰੇ। ਮੈਂ ਇਹ ਮੰਨਦਾ ਕਿ ਤੇਰੇ ਪਿਤਾ ਨੇ ਤੈਨੂੰ ਬੜੇ ਬੜੇ ਕਬੂਲ ਕਹੇ ਨੇ, ਉਹਨੇ ਤੈਨੂੰ ਬਹੁਤ ਕੁਵਾਕ ਕਹੇ ਨੇ। ਚੇਤਨ ਕਰ ਚਿੱਤ ਦੇਹੋਂ ਵਿਸਾਰੇ। ਉਹ ਤੂੰ ਆਪਣੇ ਮਨ 'ਚ ਯਾਦ ਨਾ ਰੱਖੀ ਜੋ ਤੇਰੇ ਪਿਓ ਨੇ ਤੈਨੂੰ ਕਹੇ ਨੇ ਹੁਣ ਤਾਈਂ। ਜਿਹੜੇ ਜਿਹੜੇ ਵੀ ਕੁਵਾਕ ਕਹੇ ਨੇ ਪੁੱਤਰ ਨਾਨਕ, ਉਹ ਤੂੰ ਆਪਣੇ ਚਿੱਤ 'ਚ ਚੇਤੀ ਨਾ। ਜਿਨ ਨਿਜ ਜਨਨੀ ਦਿਸ਼ ਦੇਖ ਦਇਆ ਕਰ। ਤੂੰ ਆਪਣੀ ਮਾਤਾ ਵੱਲ ਵੇਖ ਦਇਆ ਕਰਕੇ ਵੀ ਉਹਦਾ ਕੀ ਹਾਲ ਹੁੰਦਾ ਤੇਰੇ ਬਿਨਾ। ਤੂੰ ਆਪਣੇ ਪਿਤਾ ਦੀ ਗੱਲ ਨਾ ਕਰ, ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ, ਉਹ ਜੋ ਕਹਿੰਦਾ ਉਹਦੇ ਕੁਵਾਕਾਂ ਨੂੰ ਚੇਤੇ ਨਾ ਕਰ। ਤੂੰ ਆਪਣੀ ਮਾਤਾ ਵੱਲ ਵੇਖ ਕਿ ਉਹਦੀ ਕੀ ਵੇਖ ਕੇ ਉਹਦੇ ਤੇ ਤਰਸ ਕਰ। ਗਵਨੋ ਨੇ ਵਿਦੇਸ਼ ਰਹੋ ਨਿਜ ਘਰ। ਇਹ ਪੁੱਤਰ ਨਾਨਕ ਤੂੰ ਵਿਦੇਸ਼ ਨਾ ਜਾ, ਤੂੰ ਆਪਣੇ ਘਰ ਰਹਿ, ਆਪਣੀ ਮਾਤਾ ਨੂੰ ਸੁਖ ਦੇ। ਮਨ ਸਨੇਹ ਮੈਂ ਮਗਨ ਰਹਿ ਨਿਤ। ਤੇਰੇ ਸਨੇਹ ਵਿੱਚ ਤੇਰੀ ਮਾਤਾ ਦਾ ਮਨ ਹਮੇਸ਼ਾ ਮਗਨ ਰਹਿੰਦਾ ਹੈ। ਗਇਓ ਵਿਦੇਸ਼ ਹੁਤੋ ਮੁਝ ਇੱਕ ਸੁਤ। ਉਹ ਇਸ ਕਰਕੇ ਵੀ ਰੋਂਦੀ ਆ ਵੀ ਮੇਰਾ ਇੱਕੋ ਇੱਕ ਪੁੱਤ ਹੈ ਤੇ ਉਹ ਵੀ ਵਿਦੇਸ਼ ਚੱਲਿਆ, ਉਹ ਵੀ ਘਰ ਛੱਡ ਕੇ ਚਲਾ ਗਿਆ। ਜਾਂ ਤੇ ਕਰਤ ਬਿਲਾਪ ਕਲਾਪਾ। ਇਸ ਕਰਕੇ ਤੇਰੀ ਮਾਈ ਨਿਤ ਵਿਰਲਾਪ ਕਰਲਾਪ ਕਰਦੀ ਹੈ। ਸੁਤ ਬਿਰਹਾ ਤੇ ਤਨ ਪਰ ਤਾਪਾ। ਆਪਣੇ ਪੁੱਤਰ ਦੇ ਵਿਛੋੜੇ ਕਰਕੇ ਉਹਦੇ ਤਨ ਤੇ ਵੱਡਾ ਤਾਪ ਹੈ, ਬੜਾ ਵੱਡਾ ਦੁੱਖ ਹੈ। ਸੁਨਤ ਸ਼ਰੋਤ ਸਦਨਹਿ ਤੇ ਧਾਈ। ਆ ਵੇਖ ਤੇਰੀ ਜਦੋਂ ਉਹਨੇ ਖਬਰ ਸੁਣੀ ਤੇ ਦੌੜੀ ਪਹਿਲਾਂ ਅੱਗੇ ਪਹੁੰਚ ਗਈ। ਬਦਨ ਬਿਲੋਕਨ ਹਿਤ ਦ੍ਰੁਤ ਆਈ। ਤੇਰਾ ਚਿਹਰਾ ਵੇਖਣ ਵਾਸਤੇ, ਤੇਰਾ ਮੂੰਹ ਵੇਖਣ ਵਾਸਤੇ ਕਿਵੇਂ ਦ੍ਰੁਤ ਕਾਹਲੀ ਨਾਲ ਆਈ ਹੈ। ਵੱਡੋ ਭਰਾਤ ਹੋ ਪਿਤ ਸਮ ਜਾਨੋ। ਤੇਰਾ ਜਿਹੜਾ ਪਿਤਾ ਮੇਰਾ ਵੱਡਾ ਭਰਾ ਆ, ਮੈਂ ਉਹਨੂੰ ਆਪਣਾ ਪਿਓ ਸਮਝਦਾ, ਉਹਨੂੰ ਮੈਂ ਆਪਣਾ ਪਿਤਾ ਕਰਕੇ ਜਾਣਦਾ। ਸਨਮੁਖ ਨੈ ਕਬ ਬਚਨ ਬਖਾਨੋ। ਮੈਂ ਉਹਦੇ ਸਾਹਮਣੇ ਕਦੇ ਕੁਝ ਬੋਲਦਾ ਨਹੀਂ, ਉਹ ਜੋ ਕਹਿੰਦਾ ਮੈਂ ਉਹਦਾ ਸਤ ਬਚਨ ਕਰਕੇ ਅੱਗੋਂ ਹੱਥ ਜੋੜ ਲੈਣਾ। ਵੱਡਾ ਭਰਾ ਆ, ਕਦੇ ਗੁੱਸੇ ਵਿੱਚ ਆ ਕੇ ਬੋਲਦਾ, ਮੈਂ ਕਦੇ ਉਹਦੇ ਸਾਹਮਣੇ ਜਵਾਬ ਨਹੀਂ ਦਿੰਦਾ। ਦੋਹਰਾ ਨਿਜ ਨਿਕੇਤ ਚੱਲੀਏ ਅਬੈ ਰਹੋ ਨਾ ਜਾਓ ਵਿਦੇਸ਼। ਤੁਸੀਂ ਹੁਣ ਇੱਥੇ ਆਪਣੇ ਘਰ ਵਿੱਚ ਰਹੋ ਤੇ ਮੇਰੀ ਇਹ ਗੱਲ ਮੰਨੋ, ਕਿਤੇ ਦੂਰ ਵਿਦੇਸ਼ ਨਾ ਜਾਇਓ। ਮਾਤ ਪਿਤਾ ਸੁਖ ਦੀਜੀਏ ਦੂਰ ਕਰੋ ਇਹ ਬੇਸ। ਆ ਜਿਹੜਾ ਭੇਸ ਤੁਸੀਂ ਸਰੀਰ ਤੇ ਧਾਰਨ ਕੀਤਾ, ਇਹਨੂੰ ਛੱਡੋ ਤੇ ਗ੍ਰਸਤੀਆਂ ਵਾਲੇ ਕੱਪੜੇ ਪਾਓ ਤੇ ਆਪਣੀ ਮਾਂ ਤੇ ਪਿਤਾ ਨੂੰ ਸੁਖ ਦਿਓ।
ਤੇ ਇੱਥੇ ਘਰ ਦੇ ਵਿੱਚ ਰਹੋ। ਚੌਪਈ ਗਿਆਨ ਸਾਨ ਸ਼੍ਰੀ ਨਾਨਕ ਬਾਣੀ। ਜਦੋਂ ਚਾਚੇ ਲਾਲੂ ਨੇ ਬੇਨਤੀ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗਿਆਨ ਦੀ ਸਾਣ ਤੇ ਚੜੀ ਹੋਈ ਬਾਣੀ, ਯਾਨੀ ਕਿ ਗਿਆਨ ਸੰਪੰਨ ਅੰਮ੍ਰਿਤ ਬੋਲ ਸਤਿਗੁਰੂ ਜੀ ਬੋਲੇ। ਆਨਨ ਭਨੈ ਅਨੇਕ ਗੁਣ ਖਾਨੀ। ਗੁਣਾਂ ਦੀ ਗਿਆਨ ਸਮੇਤ ਬਾਣੀ। ਇਕ ਨਿਕੇਤ ਰੋਕਿਓ ਕਰ ਦਾਵਾ। ਮਹਾਰਾਜ ਜੀ ਕਹਿੰਦੇ, ਚਾਚਾ ਜੀ ਇੱਕ ਘਰ ਲੋਕਾਂ ਨੇ ਦਾਵਾ ਕਰਕੇ ਰੋਕਿਆ ਹੋਇਆ ਵੀ ਇਹ ਘਰ ਸਾਡਾ ਹੈ, ਦਾਵਾ ਕੀਤਾ ਹੋਇਆ ਵੀ ਇੰਨੇ ਗੱਜ ਚ ਬਣਿਆ, ਇੰਨੇ ਮਰਲਿਆਂ ਚ ਬਣਿਆ, ਇੰਨੇ ਸਕੁਅਰ ਫੁੱਟ ਚ ਬਣਿਆ। ਉਹਦੇ ਤੇ ਦਾਵਾ ਕੀਤਾ ਹੁੰਦਾ ਬੰਦੇ ਨੇ ਵੀ ਇਹ ਘਰ ਮੇਰਾ। ਜਿਹ ਤੇ ਕਬ ਹੈ ਨਾ ਹੋਤ ਚਲਾਵਾ। ਭਲਾ ਉਹ ਘਰ ਕਿਵੇਂ ਹੋ ਸਕਦਾ, ਘਰ ਜਿੱਥੋਂ ਇਹਨੇ ਇੱਕ ਦਿਨ ਚਲੇ ਜਾਣਾ? ਚਾਚਾ ਜੀ ਘਰ ਤਾਂ ਉਹਦੇ ਤੇ ਦਾਵਾ ਕਰੀਦਾ ਵੀ ਜਿਸ ਘਰ ਦੇ ਵਿੱਚ ਜਾ ਕੇ ਮੁੜ ਕੇ ਕਦੇ ਉਸ ਘਰ ਚੋਂ ਚਲਾਵਾ ਨਾ ਹੋਵੇ, ਜਾਣਾ ਨਾ ਪਵੇ। ਕੂਰ ਨਿਕੇਤ ਔਰ ਸਭ ਜਾਣੇ। ਉਹ ਘਰ ਅਸੀਂ ਦਾਵਾ ਕਰਕੇ, ਮਹਾਰਾਜ ਜੀ ਕਹਿੰਦੇ ਅਸੀਂ ਉਹ ਰੋਕ ਲਿਆ ਜਿਸ ਘਰ ਵਿੱਚ ਜਾ ਕੇ ਚਾਚਾ ਜੀ ਕਿਤੇ ਜਾਣਾ ਆਉਣਾ ਨਹੀਂ ਹੁੰਦਾ। ਉਹ ਘਰ ਰੋਕ ਲਿਆ। ਜਿਹੜੇ ਘਰਾਂ ਦੀ ਗੱਲ ਤੁਸੀਂ ਕਰਦੇ ਹੋ ਇਹ ਤਾਂ ਝੂਠੇ ਨੇ, ਇਹ ਤਾਂ ਛੱਡ ਕੇ ਜਾਣੇ ਪੈਂਦੇ ਆ। ਡੱਡਾ ਡੇਰਾ ਇਹੋ ਨਹੀਂ, ਇਹ ਉਹ ਡੇਰਾ ਥੋੜੀ ਹੈ, ਉਹ ਥੋੜੀ ਘਰ ਹੈ ਜਿੱਥੇ ਸदैव ਹੀ ਰਹਿਣਾ ਹੈ। ਤਿਹ ਨਿਕੇਤ ਸੋ ਜਬ ਮਨ ਮਾਨੇ। ਮਹਾਰਾਜ ਜੀ ਕਹਿੰਦੇ, ਚਾਚਾ ਜੀ ਜਿਨ੍ਹਾਂ ਦਾ ਉਹ ਘਰ ਵਿੱਚ ਮਨ ਮੰਨ ਜੇ ਨਾ, ਜਿਸ ਘਰ 'ਚ ਸਾਡਾ ਮੰਨਿਆ ਹੋਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਆ ਨਿਜ ਘਰ, ਇਹਨੂੰ ਕਹਿੰਦੇ ਆ ਨਿਜ ਸਰੂਪ ਦੇ ਵਿੱਚ ਅਭੇਦ ਹੋਣ ਵਾਲਾ ਘਰ। ਉਹ ਘਰ ਜਿਸ ਘਰ 'ਚ ਆਨੰਦ ਹੈ, ਜਿਸ ਘਰ ਵਿੱਚ ਖੇੜਾ, ਜਿਸ ਘਰ 'ਚ ਜਨਮ ਮਰਨ ਨਹੀਂ ਹੁੰਦਾ, ਜਿਸ ਘਰ 'ਚ ਹਰਕ ਸੋਗ ਨਹੀਂ ਹੈ, ਜਿਸ ਘਰ 'ਚ ਧੁੱਪ ਛਾਂ ਦਾ ਕੋਈ ਦਵੰਦ ਨਹੀਂ ਹੈ, ਜਿਸ ਘਰ 'ਚ ਪਾਪ ਪੁੰਨ ਦਾ ਕੋਈ ਦਵੰਦ ਨਹੀਂ ਹੈ, ਉਹ ਘਰ। ਤੇ ਚਾਚਾ ਜੀ ਜਿਨ੍ਹਾਂ ਨੇ ਉਹ ਘਰ ਦੇ ਵਿੱਚ ਟਿਕਾਣਾ ਕਰ ਲਿਆ ਹੋਵੇ, ਬਿਨ ਸਜਾਏ ਇਹ ਕੂਰ ਪਸਾਰਾ। ਉਹਨਾਂ ਵਾਸਤੇ ਆ ਜਿਹੜਾ ਝੂਠਾ ਪਸਾਰਾ ਸਭ ਬਿਨ ਸਜਾਂਦਾ। ਜਿਨ੍ਹਾਂ ਦਾ ਮਨ ਉਸ ਘਰ 'ਚ ਮੰਨ ਜਾਂਦਾ ਨਾ, ਉਹਨਾਂ ਦਾ ਫਿਰ ਇਹ ਝੂਠੇ ਘਰਾਂ ਵਾਲੇ ਪਾਸਿਓਂ ਇਹ ਸਾਰਾ ਜਿਹੜਾ ਪਸਾਰਾ ਹੈ ਬਾਹਰ ਦਾ, ਇਹ ਉਹਨਾਂ ਲਈ ਬਿਨ ਸਜਾਂਦਾ ਹੈ। ਇਹ ਉਹਨਾਂ ਵਾਸਤੇ ਇਉਂ ਹੈ ਜਿਵੇਂ ਗੰਧਰਵ ਨਗਰੀ ਹੁੰਦੀ ਹੈ। ਗੰਧਰਵ ਨਗਰੀ ਆ ਬੱਦਲ ਬਣੇ, ਆਕਾਸ਼ ਵਿੱਚ ਕਈ ਤਰ੍ਹਾਂ ਦੇ ਘਰ ਦਿਸਦੇ ਆ ਬੱਦਲਾਂ ਦੇ ਬਣੇ। ਕੀ ਇਹ ਸदैव ਹੀ ਰਹਿੰਦੇ ਆ? ਸੂਰਜ ਚੜ੍ਹਨਾ ਇਹਨਾਂ ਨੇ ਪਾਸੇ ਹਟ ਜਾਣਾ। ਕਹਿੰਦੇ ਇਸ ਤਰ੍ਹਾਂ ਗੰਧਰਵ ਨਗਰੀ ਦੇ ਸਮਾਨ ਇਹ ਸੰਸਾਰ ਨੂੰ ਜਾਣਦੇ ਹਨ। ਫਸ ਹੈ ਬਾਦ ਨਰ ਜਗ ਜੰਜਾਰਾ। ਜਗਤ ਦੇ ਲੋਕ ਜੰਜਾਲਾਂ 'ਚ ਫਸੇ ਹੋਏ ਵਿਅਰਥ ਹੀ ਇਹਦੇ 'ਚ ਉਲਝੇ ਰਹਿੰਦੇ ਆ। ਉਹ ਫਜ਼ੂਲ ਵਿੱਚ ਹੀ ਇਹਦੇ 'ਚ ਉਲਝੇ ਰਹਿੰਦੇ ਹਨ। ਪੈਸ ਬਿਹਾਵੇਂ ਵਿਸਰੇ ਸਾਰੀ। ਔਰ ਸਾਰੀ ਜ਼ਿੰਦਗੀ ਉਹਨਾਂ ਦੀ ਇਹੋ ਜਿਹੇ ਜੰਜਾਲਾਂ ਵਿੱਚ ਫਸਿਆਂ ਹੀ ਲੰਘ ਜਾਂਦੀ ਹੈ, ਬੀਤ ਜਾਂਦੀ ਹੈ। ਗਮਨੈ ਅੰਤ ਸਮੇਂ ਕਰ ਝਾਰੀ। ਔਰ ਅੰਤ ਸਮੇਂ ਦੋਵੇਂ ਹੱਥ ਝਾੜ ਕੇ ਚਲੇ ਜਾਂਦੇ ਐ, ਇਹ ਸੋਚਦੇ ਆ ਵੀ ਇਹ ਘਰ ਹੁਣ ਨਾਲ ਨਹੀਂ ਚੱਲਿਆ, ਵੀ ਇੱਥੇ ਤਾਂ ਹੁਣ ਅਸੀਂ ਟਿਕਾਣਾ ਕੀਤਾ ਨਹੀਂ, ਚੱਲੇ ਆ। ਉਸ ਚਿੰਤਨ 'ਚ ਮਰ ਕੇ ਮੁੜ ਕੇ ਪ੍ਰੇਤ ਬਣ ਕੇ ਉਹਨਾਂ ਘਰਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਐ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਮਹਾਰਾਜ ਜੀ ਕਹਿੰਦੇ ਫਿਰ ਦੋਵੇਂ ਹੱਥ ਝਾੜ ਕੇ ਪਛਤਾਵਾ ਕਰਕੇ ਸੰਸਾਰ ਤੋਂ ਜਾਂਦਾ ਹੈ। ਭੂਰ ਬਿਸੂਰੈ ਆਗੇ ਜਾਈ। ਔਰ ਅੱਗੇ ਜਾ ਕੇ ਫਿਰ ਬੜਾ ਝੂਰਦਾ, ਬੜਾ ਝੋਰਾ ਪੈਂਦਾ ਇਹਨੂੰ। ਫਸੇ ਕੂਰ ਮੈਂ ਬੈਸ ਬਿਹਾਈ। ਝੂਰਦਾ, ਕਹਿੰਦਾ ਮੈਂ ਸਾਰੀ ਜ਼ਿੰਦਗੀ ਝੂਠ 'ਚ ਫਸ ਕੇ ਉਮਰ ਬਤੀਤ ਕਰ ਦਿੱਤੀ, ਪਰ ਉਸ ਵੇਲੇ ਪਛਤਾਇਆ ਹੁਣ ਕਿਸੇ ਕੰਮ ਦਾ ਨਹੀਂ। ਦੋਹਰਾ ਲਾਲੂ ਪਾਖੈ ਤਾਤ ਸੁਨ, ਆਈ ਹੈ ਤੁਝ ਮਾਤ। ਚਾਚਾ ਲਾਲੂ ਜੀ ਫਿਰ ਬੋਲੇ, ਕਹਿੰਦੇ ਪੁੱਤਰ ਆ ਵੇਖ ਤੇਰੀ ਮਾਂ ਆਈ ਐ,
ਬਹੁਤ ਦਿਵਸ ਕੀ ਦਰਸ ਕੋ ਅਬਿਲਾਖਾ ਅਧਿਕਾਤ। ਇਹਦੇ ਮਨ ਵਿੱਚ ਬੜੇ ਦਿਨਾਂ ਦੀ ਤੇਰੇ ਦਰਸ਼ਨਾਂ ਦੀ ਅਭਿਲਾਖਾ ਸੀ, ਤੇ ਵੇਖ ਕਿਵੇਂ ਚੱਲ ਕੇ ਆਈ ਹੈ ਤੇਰੀ ਮਾਤਾ। ਚੌਪਈ ਹਉ ਚਾਚਾ ਕਾਲੂ ਪਿਤ ਤੁਮਰਾ। ਮੈਂ ਤੇਰਾ ਚਾਚਾ ਆ, ਵੇਖ ਤੇਰੇ ਪਿਤਾ ਮਹਿਤਾ ਕਾਲੂ ਜੀ ਹਨ। ਪ੍ਰੇਮ ਕਰਤ ਪਰਵਾਰ ਹੈ ਸਗਰਾ। ਆ ਤੇਰੇ ਭਰਾ ਬੈਠੇ ਨੇ, ਆ ਸੰਬੰਧੀ ਬੈਠੇ ਨੇ, ਸਾਰੇ ਤੇਰੇ ਨਾਲ ਸਾਰੇ ਕਿੰਨਾ ਪ੍ਰੇਮ ਕਰਦੇ ਹਨ। ਚਲੋ ਕੁਟੰਬ ਵਿਖੇ ਨਿਜ ਰਹੀਐ। ਚੱਲ ਆਪਣੇ ਨਾਲ ਸਾਰੇ ਕੁਟੰਬੀਆਂ ਚ ਪਰਿਵਾਰ ਵਿੱਚ ਚੱਲ ਕੇ ਰਹਿਣਾ ਕਰ। ਆਨ ਜਾਣ ਕੋ ਨਾਮ ਨ ਕਹੀਐ। ਤੇ ਕਿਤੇ ਆਣ ਜਾਣ ਦਾ ਨਾਂ ਨਾ ਲੈ ਮੇਰਾ ਪੁੱਤ, ਆ ਚੱਲ ਆਪਣੇ ਪਰਿਵਾਰ ਦੇ ਵਿੱਚ ਚੱਲ ਕੇ ਰਹਿਣਾ ਕਰ। ਬਾਂਧਵ ਮੈਂ ਪਤ ਹੋਐ ਅਧਿਕਾਈ। ਤੇ ਰਿਸ਼ਤੇਦਾਰਾਂ ਵਿੱਚ ਤੇਰੀ ਪੱਤ ਹੋਵੇਗੀ, ਇੱਜ਼ਤ ਹੋਵੇਗੀ। ਲਖ ਹੈ ਲਾਇਕ ਕੋ ਸਭ ਭਾਈ। ਸਭ ਆਖਣਗੇ ਕਿ ਨਾਨਕ ਬੜਾ ਲਾਇਕ ਹੈ, ਏਦਾਂ ਤੇਰੀ ਸੋਭਾ ਹੋਵੇਗੀ। ਵੇਖ ਫਕੀਰੀ ਜੋ ਤੁਮ ਕੀਨੋ। ਤੇ ਆ ਜਿਹੜਾ ਤੁਸੀਂ ਫਕੀਰਾਂ ਵਾਲਾ ਭੇਖ ਧਾਰਨ ਕੀਤਾ ਹੋਇਆ ਹੈ, ਸਭ ਹੈ ਸ਼ਰੀਕਨ ਇਉ ਮਨ ਚੀਨੋ। ਇਹ ਵੇਖ ਕੇ ਸ਼ਰੀਕੇ ਦੇ ਜਿਹੜੇ ਲੋਕ ਨੇ ਉਹ ਇਉਂ ਕਹਿੰਦੇ ਆ ਮਨ ਵਿੱਚ, ਭਇਓ ਨਿਲਾਇਕ ਆਏ ਨ ਕਾਜਾ। ਕਿ ਬੇਦੀਆਂ ਦਾ ਪੁੱਤਰ ਨਲਾਇਕ ਹੋ ਗਿਆ, ਇਹ ਕਿਸੇ ਕੰਮ ਨਹੀਂ ਆਇਆ। ਏਦਾਂ ਲੋਕ ਗੱਲਾਂ ਕਰਦੇ ਹਨ। ਤਨ ਮੈਂ ਵੇਖ ਫਕੀਰੀ ਸਾਜਾ। ਉਹ ਕਹਿੰਦੇ ਆ ਵੀ ਨਾਨਕ ਨੇ ਫਕੀਰੀ ਲਿਬਾਸ ਧਾਰਨ ਕਰ ਲਿਆ, ਇਹ ਨਲਾਇਕ ਹੋ ਗਿਆ। ਚਲ ਹੋ ਬਸੋ ਨਿਜ ਬਾਂਧਵ ਮਾਹੀ। ਚੱਲ ਨਾਨਕ ਚੱਲ ਕੇ ਆਪਣੇ ਰਿਸ਼ਤੇਦਾਰਾਂ ਵਿੱਚ ਵਸ, ਰਿਸ਼ਤੇਦਾਰਾਂ ਵਿੱਚ ਚੱਲ ਕੇ ਰਹਿਣਾ ਕਰ। ਮਾਨੋ ਬਚ ਮਮ ਫੇਰੋ ਨਾਹੀ। ਮੇਰਾ ਬਚਨ ਮੰਨ ਲੈ ਤੇ ਬਚਨ ਨਾ ਫੇਰ, ਮੇਰਾ ਬਚਨ ਨਾ ਮੋੜ। ਦੋਹਰਾ ਸ਼੍ਰੀ ਨਾਨਕ ਆਨਨ ਪਨੈ ਹੈ ਬਹੁ ਮਮ ਪਰਿਵਾਰ। ਪਾਤਸ਼ਾਹ ਕਹਿਣ ਲੱਗੇ ਚਾਚਾ ਜੀ ਵੀ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੀ ਰਹਿੰਦਾ, ਹਰ ਵੇਲੇ ਮੈਂ ਪਰਿਵਾਰ 'ਚ ਹੀ ਰਹਿਣਾ। ਤੁਸੀਂ ਇੱਥੇ ਮੈਨੂੰ ਜੰਗਲ 'ਚ ਬੈਠੇ ਵੇਖੋ, ਚਾਹੇ ਇੱਥੋਂ ਕੋਹਾਂ ਦੂਰ ਬੈਠੇ ਵੇਖੋ, ਮੇਰਾ ਪਰਿਵਾਰ ਤਾਂ ਸਦਾ ਹੀ ਮੇਰੇ ਨਾਲ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਮੇਰੇ ਨਾਲ ਤਾਂ ਮੇਰਾ ਪਰਿਵਾਰ ਸਦਾ ਹੀ ਹੈ। ਕਿਹੜਾ ਪਰਿਵਾਰ ਹੈ ਮੇਰਾ? ਜਿਹੜਾ ਬੜਾ ਪਿਆਰਾ ਪਰਿਵਾਰ ਹੈ। ਮਹਾਰਾਜ ਜੀ ਕਹਿੰਦੇ ਸੁਣੋ ਜੀ। ਬਸੋ ਰਹਿਣ ਦਿਨ ਤਿਨ ਹੈ ਮਹਿ ਪਤ ਜਹ ਪਰਮ ਅਪਾਰ। ਮੈਂ ਆਪਣੇ ਇਹੋ ਜਿਹੇ ਪਰਿਵਾਰ 'ਚ ਰਾਤ ਦਿਨ ਰਹਿਣਾ ਜਿਨ੍ਹਾਂ 'ਚ ਰਹਿ ਕੇ ਮੈਨੂੰ ਬੜੀ ਇੱਜ਼ਤ ਮਿਲਦੀ ਹੈ, ਸਨਮਾਨ ਮਿਲਦਾ ਹੈ। ਇਹ ਪਰਿਵਾਰ ਕਾਹਦੇ ਪਰਿਵਾਰ ਨੇ ਜਿਨ੍ਹਾਂ ਬਾਰੇ ਤੁਸੀਂ ਦੱਸਦੇ ਹੋ, ਜਿਨ੍ਹਾਂ ਵਿੱਚ ਰਹਿ ਕੇ ਲੋਕਾਂ ਦੀਆਂ ਗੱਲਾਂ ਸੁਣਨ ਦਾ ਵੀ ਭੈ ਰਹਿੰਦਾ ਹੈ ਵੀ ਸ਼ਰੀਕਾ ਆਹ ਕਹਿੰਦਾ, ਫਲਾਣਾ ਆਹ ਕਹਿ ਗਿਆ, ਚਾਚੇ ਨੇ ਆਹ ਕਹਿ ਦਿੱਤਾ, ਤਾਏ ਨੇ ਆਹ ਕਹਿ ਦਿੱਤਾ, ਪੁੱਤ ਨੇ ਆਹ ਕਹਿ ਦਿੱਤਾ। ਕਹਿੰਦੇ ਜਿੱਥੇ ਬੰਦੇ ਦੀ ਪਤ ਨਾ ਹੋਵੇ, ਮਹਾਰਾਜ ਕਹਿੰਦੇ ਅਸੀਂ ਇਹੋ ਜਿਹੇ ਪਰਿਵਾਰ 'ਚ ਰਹਿੰਦੇ ਹਾਂ ਦਿਨ ਰਾਤ, ਜਿੱਥੇ ਵਸ ਕੇ ਸਾਨੂੰ ਰੋਜ਼ ਪਤ ਮਿਲਦੀ ਹੈ, ਇੱਜ਼ਤ ਮਿਲਦੀ ਹੈ। ਚੌਪਈ ਪ੍ਰੇਮ ਪਿਤਾ ਬਰ ਸੁਮਤ ਸੁਮਾਤਾ। ਚਾਚਾ ਲਾਲੂ ਜੀ ਕਹਿੰਦੇ ਜੀ ਉਹ ਕਿਹੜਾ ਪਰਿਵਾਰ ਤੁਹਾਡਾ ਜਿਹਦੇ 'ਚ ਤੁਸੀਂ ਰਹਿੰਦੇ ਹੋ? ਮਹਾਰਾਜ ਜੀ ਕਹਿੰਦੇ ਸਾਡਾ ਪਿਤਾ ਹੈ ਪ੍ਰੇਮ, ਪ੍ਰੇਮ ਪਿਤਾ ਹੈ। ਤੇ ਸ੍ਰੇਸ਼ਟ ਮਤ, ਚੰਗੀ ਮਤ, ਇਹ ਸਾਡੀ ਮਾਤਾ ਹੈ। ਪ੍ਰੇਮ ਪਿਤਾ ਹੈ ਔਰ ਸੁਮਤ ਜਿਸ ਨੂੰ ਕਹਿੰਦੇ ਆ ਸ੍ਰੇਸ਼ਟ ਮਤ, ਇਹ ਸਾਡੀ ਮਾਤਾ ਹੈ। ਇਹ ਪਰਿਵਾਰ ਦੱਸਦੇ ਨੇ ਅੱਗੇ ਕਿਹਦੇ ਕਿਹਦੇ ਕੋਲ ਆ ਇਹ ਪਰਿਵਾਰ। ਇਹ ਅਸੀਂ ਹੁਣ ਆਪਣੇ ਅੰਦਰ ਚਿੰਤਨ ਕਰਨਾ ਕਿ ਸਾਡੇ ਕੋਲ ਸਾਡਾ ਪਰਿਵਾਰ ਹੈ, ਜਿਹਦੇ ਬਾਰੇ ਜਗਤ ਗੁਰੂ ਬਾਬਾ ਜੀ ਦੱਸਦੇ, ਧੰਨ ਗੁਰੂ ਨਾਨਕ ਸਾਹਿਬ। ਪ੍ਰੇਮ ਪਿਤਾ ਹੈ ਔਰ ਸ੍ਰੇਸ਼ਟ ਮਤ ਸਾਡੀ ਮਾਤਾ ਹੈ। ਧਾਏ ਦੁਲਾਰੇ ਕਰ ਹਿਤ ਸ਼ਾਂਤਾ। ਤੇ ਜਿਹੜੀ ਸ਼ਾਂਤੀ ਹੈ, ਹਿਰਦੇ ਦੀ ਸ਼ਾਂਤੀ, ਟਿਕਾ ਜਿਹਨੂੰ ਆਪਾਂ ਕਹਿੰਦੇ ਆ, ਇਹ ਉਹ ਖਿਡਾਵੀ ਹੈ ਜਿਹੜੀ ਸਾਨੂੰ ਖਿਡਾਉਂਦੀ। ਜਿਵੇਂ ਬੱਚਿਆਂ ਨੂੰ ਘਰ ਖਿਡਾਉਣ ਵਾਸਤੇ ਨਾ ਖਿਡਾਵੇ ਰੱਖੇ ਜਾਂਦੇ ਸੀ, ਉਹਨਾਂ ਨੂੰ ਆਮ ਕਰਕੇ ਕਿਹਾ ਜਾਂਦਾ ਹੁੰਦਾ ਸੀ ਤਾਏ, ਦਾਈ, ਦਾਈ ਦਾਇਆ, ਦਿਵਸ ਰਾਤ ਦੋਏ ਦਾਈ ਦਾਇਆ, ਉਹ ਖਿਡਾਵੇ ਹੁੰਦੇ ਆ। ਕਹਿੰਦੇ ਜਿਹਨੂੰ ਸਾਨੂੰ ਖਿਡਾਉਣ ਵਾਲੀ ਹੈ ਨਾ, ਉਹ ਹੈ ਸ਼ਾਂਤੀ, ਹਿਰਦੇ ਦਾ ਟਿਕਾ, ਮਨ ਦਾ ਟਿਕਾ। ਉਹ ਸ਼ਾਂਤੀ ਸਾਡੇ ਵਾਸਤੇ ਸਾਡੀ ਖਿਡਾਵੀ ਹੈ। ਭਇਓ ਸੰਤੋਖ ਭਲੋ ਸੋ ਦਾਇਆ। ਤੇ ਜਿਹੜਾ ਸੰਤੋਖ ਹੈ ਉਹ ਖਿਡਾਵਾ ਹੈ, ਉਹ ਦਾਇਆ ਹੈ।
ਜਿਹੜੀ ਸ਼ਾਂਤੀ ਹੈ ਉਹ ਤਾਂ ਹੈ ਦਾਈ ਖਿਡਾਵੀ, ਤੇ ਜਿਹੜਾ ਸੰਤੋਖ ਹੈ ਉਹ ਖਿਡਾਵਾ ਦਾਇਆ ਹੈ, ਉਹ ਸਾਨੂੰ ਖਿਡਾਉਣ ਵਾਲਾ ਹੈ ਸੰਤੋਖ। ਨਿਸਬਾ ਸੁਰਲੇ ਅੰਕ ਖਿਲਾਇਆ, ਇਹ ਰਾਤ ਦਿਨ ਸਾਨੂੰ ਗੋਦ 'ਚ ਲੈਣ ਹੀ ਨਹੀਂ ਦਿੰਦੇ। ਸ਼ਾਂਤੀ ਚੁੱਕ ਲੈਂਦੀ ਹੈ ਕਦੇ, ਤੇ ਕਦੇ ਸੰਤੋਖ ਆਪਣੀ ਗੋਦ 'ਚ ਚੁੱਕ ਲੈਂਦਾ। ਸਾਨੂੰ ਰਾਤ ਦਿਨ ਆਪਣੀ ਗੋਦੀਆਂ ਹੀ ਨਹੀਂ ਲਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਪ੍ਰੇਮ ਹੈ, ਸੁਮਤ ਮਾਤਾ ਹੈ, ਸ਼ਾਂਤੀ ਦਾਈ ਹੈ ਔਰ ਸੰਤੋਖ ਦਾਇਆ ਹੈ। ਇਹ ਰਾਤ ਦਿਨ ਸਾਨੂੰ ਆਪਣੀ ਗੋਦ 'ਚ ਰੱਖਦੇ ਐ ਔਰ ਆਪਣੀ ਗੋਦ 'ਚ ਕਦੇ ਲਾਉਂਦੇ ਨਹੀਂ, ਆਪਣੀ ਗੋਦ 'ਚ ਹੀ ਖਿਡਾਉਂਦੇ ਤੇ ਦੁਲਾਰਦੇ ਹਨ। ਖਿਮਾ ਪਗਨ ਬੈਰਾਗ ਸੁਭਾਈ, ਫਿਰ ਜਿਹੜੀ ਖਿਮਾ ਕਰਨੀ ਕਿਸੇ ਨੂੰ, ਕਿਸੇ ਦੀ ਗਲਤੀ ਖਿਮਾ ਕਰ ਦੇਣੀ, ਬੜਾ ਵੱਡਾ ਔਖਾ ਤਪ ਹੈ ਖਿਮਾ। ਇਹ ਸੰਸਾਰ ਦੇ ਵਿੱਚ ਖਿਮਾ ਦੇ ਬਰਾਬਰ ਕੋਈ ਤਪੱਸਿਆ ਨਹੀਂ ਹੈ। ਸਭ ਤੋਂ ਵੱਡੀ ਤਪੱਸਿਆ ਹੈ ਖਿਮਾ। ਤਪ ਨਾ ਖਿਮਾ ਸਮਝਾਨ, ਖਿਮਾ ਦੇ ਬਰਾਬਰ ਦੁਨੀਆ 'ਚ ਕੋਈ ਤਪ ਨਹੀਂ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਕਿਸੇ ਨੂੰ ਖਿਮਾ ਕਰਨਾ ਇਹ ਹੈ ਸਾਡੀ ਭੈਣ ਭਗਨ, ਇਹ ਭੈਣ ਹੈ ਸਾਡੀ। ਭਾਵ ਜਿਹੜਾ ਕਿਸੇ ਨੂੰ ਖਿਮਾ ਕਰ ਦੇਣਾ ਇਹ ਭੈਣ ਹੈ। ਵੈਰਾਗ ਸੁਭਾਈ, ਤੇ ਜਿਹੜਾ ਮਨ 'ਚ ਵੈਰਾਗ ਰੱਖਣਾ, ਨਿਰਚਾਵਾਨ ਹੋਣਾ, ਉਹ ਵੈਰਾਗ ਹੈ ਸਾਡਾ ਭਰਾ। ਸੋ ਭਾਈ ਸ੍ਰੇਸ਼ਟ ਭਰਾ ਹੈ ਵੈਰਾਗ। ਵੈਰਾਗ ਸਾਡਾ ਭਰਾ ਹੈ ਤੇ ਖਿਮਾ ਸਾਡੀ ਭੈਣ ਹੈ। ਪ੍ਰੇਮ ਸਾਡਾ ਪਿਤਾ ਹੈ ਤੇ ਸੁਮਤ ਸਾਡੀ ਮਾਤਾ ਹੈ। ਸਤ ਚਾਚਾ ਹਿਰਦੈ ਹਿਤ ਲਾਈ, ਤੇ ਸਾਡਾ ਚਾਚਾ ਵੀ ਹੈ ਲਾਲੂ ਜੀ। ਉਹ ਕਿਹੜਾ ਹੈ? ਉਹ ਹੈ ਸਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤ ਚਾਚਾ ਕਹਿੰਦੇ ਜਿਹੜਾ ਸੱਚ ਹੈ, ਸੱਚ ਉਹ ਸਾਡਾ ਚਾਚਾ ਹੈ। ਯਾਨੀ ਕਿ ਹਮੇਸ਼ਾ ਸੱਚ ਕਹਿਣਾ, ਸੱਚ ਬੋਲਣਾ, ਸੱਚ ਨੂੰ ਹਿਰਦੇ 'ਚ ਵਸਾਉਣਾ, ਸੱਚ ਨੂੰ ਧਿਆਉਣਾ, ਸੱਚ ਨੂੰ ਆਰਾਧਣਾ। ਮਹਾਂਪੁਰਸ਼ ਕਹਿੰਦੇ ਕਿ ਜੇ ਤੁਸੀਂ ਚਾਹੁੰਦੇ ਹੋ ਸੱਚ 'ਚ ਅਭੇਦ ਹੋਣਾ ਤਾਂ ਉਹਦੀ ਸ਼ੁਰੂਆਤ ਰਸਨਾ ਤੋਂ ਕਰੋ। ਮਹਾਂਪੁਰਸ਼ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਵੀ ਸੱਚ 'ਚ ਭੇਦ ਹੋਈਏ, ਸੱਚ ਪ੍ਰਮਾਤਮਾ ਨਾ, ਵੀ ਉਹਦੇ ਵਿੱਚ ਮਿਲਣਾ ਚਾਹੁੰਦੇ ਹੋ ਸੱਚ 'ਚ, ਤੇ ਫਿਰ ਉਹਦੀ ਸ਼ੁਰੂਆਤ ਆਪਣੀ ਜ਼ੁਬਾਨ ਤੋਂ ਕਰੋ। ਪਹਿਲਾਂ ਜ਼ੁਬਾਨ ਤੋਂ ਸੱਚ ਬੋਲਣ ਦੀ ਆਦਤ ਬਣਾਓ। ਜ਼ੁਬਾਨ ਤੋਂ ਸੱਚ ਬੋਲੋਗੇ, ਹਿਰਦੇ 'ਚ ਸੱਚ ਉਤਰੇਗਾ। ਸੱਚ ਬੋਲਣ ਦੀ ਆਦਤ, ਫਿਰ ਸੱਚਾ ਨਾਮ ਇਸ ਰਸਨਾ ਤੋਂ ਜਪਣਾ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਸੱਚ ਹਿਰਦੇ 'ਚ ਉਤਰੇਗਾ। ਮਹਾਰਾਜ ਜੀ ਕਹਿੰਦੇ ਚਾਚਾ ਲਾਲੂ ਜੀ ਨੂੰ, ਕਹਿੰਦੇ ਜਿਹੜਾ ਸੱਚ ਹੈ ਨਾ ਇਹ ਸਾਡਾ ਚਾਚਾ ਹੈ। ਗਿਆਨ ਸਪੂਤ ਉਪਜ ਸੁਖ ਪਾਇਆ, ਤੇ ਸਾਡੇ ਘਰ ਪੁੱਤਰ ਵੀ ਹੈ, ਉਹ ਹੈ ਗਿਆਨ ਰੂਪੀ ਸਪੂਤ। ਗਿਆਨ ਸਪੂਤ, ਗਿਆਨ ਰੂਪੀ ਸ੍ਰੇਸ਼ਟ ਪੁੱਤਰ ਹੈ ਜਿਹੜਾ ਸਾਡੇ ਹਿਰਦੇ ਵਿੱਚ ਉਪਜਿਆ ਹੈ। ਗਿਆਨ ਰੂਪੀ ਸਪੂਤ। ਪੰਡਿਤ ਗੁਲਾਬ ਸਿੰਘ ਜੀ ਨੇ ਸਵੇਰੇ ਵੀ ਕਥਾ 'ਚ ਜ਼ਿਕਰ ਕੀਤਾ ਸੀ ਕਿ ਗ੍ਰੰਥ ਲਿਖਿਆ ਪ੍ਰਬੋਧ ਚੰਦਰ ਨਾਟਕੰ ਸੁਬੋਧ ਗ੍ਰੰਥ ਮੈਂ ਕਰੂੰ। ਉਹਦੇ 'ਚ ਲਿਖਦੇ ਆ ਵੀ ਗਿਆਨ ਰੂਪੀ ਪੁੱਤਰ ਪੈਦਾ ਹੋਣ ਤੋਂ ਡਰਨ ਵਾਸਤੇ ਵੀ ਉਹ ਕਿਤੇ ਪੈਦਾ ਨਾ ਹੋ ਜਾਏ। ਜਿਹੜਾ ਮੋਹ ਹੈ ਉਹ ਫੌਜ ਇਕੱਠੀ ਕਰਦਾ। ਉਹ ਕਹਿੰਦਾ ਵੀ ਜਿਹੜੀ ਸ਼ਰਧਾ ਹੈ ਉਹ ਕਿਤੇ ਉਪਨਿਸ਼ਦਾਂ ਕੋਲ ਨਾ ਚਲੀ ਜਾਏ, ਸ਼ਾਸਤਰਾਂ ਕੋਲ ਨਾ ਚਲੀ ਜਾਏ, ਉਹਨੂੰ ਰੋਕਣਾ। ਉਹ ਸ਼ਰਧਾ ਨੂੰ ਤੁਸੀਂ ਸੱਜੇ ਖੱਬੇ ਉਲਝਾ ਦਿਓ ਪਖੰਡਾਂ ਵਿੱਚ, ਕਿਉਂਕਿ ਉਹ ਸ਼ਰਧਾ ਜਦੋਂ ਉੱਥੇ ਜਾਏਗੀ, ਉਸ ਸ਼ਰਧਾ ਦੇ ਉੱਥੇ ਜਾਣ ਨਾਲ ਫਿਰ ਭਗਤੀ ਪੈਦਾ ਹੋਵੇਗੀ ਤੇ ਭਗਤੀ ਦੇ ਘਰ ਵਿੱਚ ਗਿਆਨ ਉਪਜੇਗਾ। ਉਹ ਬੜਾ ਸੁੰਦਰ ਗ੍ਰੰਥ ਹੈ। ਗਿਆਨ ਰੂਪੀ ਪੁੱਤਰ ਜਦੋਂ ਪੈਦਾ ਹੋਇਆ ਤੇ ਉਸੇ ਵੇਲੇ ਵਿਵੇਕ ਦੇ ਨਾਲ, ਕਿਉਂਕਿ ਵਿਵੇਕ ਔਰ ਸ਼ਰਧਾ ਦੋਨਾਂ ਦੇ ਸੰਜੋਗ ਚੋਂ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ। ਮਹਾਰਾਜ ਜੀ ਕਹਿੰਦੇ ਸਾਡੇ ਹਿਰਦੇ ਵਿੱਚ ਜਿਹੜਾ ਗਿਆਨ ਪੈਦਾ ਹੋਇਆ ਇਹ ਸ੍ਰੇਸ਼ਟ ਪੁੱਤਰ ਹੈ। ਗਿਆਨ ਸਪੂਤ ਉਪਜ ਸੁਖ ਪਾਇਆ। ਕਹਿੰਦੇ ਗਿਆਨ ਰੂਪੀ ਸ੍ਰੇਸ਼ਟ ਪੁੱਤਰ ਸਾਡੇ ਘਰ ਜੰਮਿਆ, ਜਿਹਦੇ ਪੈਦਾ ਹੋਣ ਨਾਲ ਸਾਨੂੰ ਸੁਖ ਪ੍ਰਾਪਤ ਹੋਇਆ।
ਸਾਨੂੰ ਸੁਖ ਹਾਸਲ ਹੋਇਆ। ਸਭ ਬਾਂਧਵ ਮੈਂ ਨਾਮ ਵਧਾਇਆ। ਕਹਿੰਦੇ ਇਹੋ ਜਿਹਾ ਗਿਆਨ ਰੂਪੀ ਪੁੱਤਰ ਹੈ ਸਾਡਾ, ਜਿਹਨੇ ਸਾਡੇ ਸਾਰੇ ਰਿਸ਼ਤੇਦਾਰਾਂ ਵਿੱਚ, ਸਾਡੇ ਸਾਰੇ ਸੰਬੰਧੀਆਂ 'ਚ ਸਾਡਾ ਨਾਮ ਵਧਾਇਆ। ਪੁੱਤਰ ਤਾਂ ਉਹ ਸ੍ਰੇਸ਼ਟ ਪੁੱਤਰ ਤਾਂ ਉਹ ਹੈ ਨਾ ਜਿਹੜਾ ਸੰਬੰਧੀਆਂ 'ਚ ਨਾਂ ਉਜਾਗਰ ਕਰੇ। ਕਹਿੰਦੇ ਗਿਆਨ ਰੂਪੀ ਪੁੱਤਰ ਨੇ ਸਾਡਾ ਸਾਰੇ ਬਾਂਧਵਾਂ ਵਿੱਚ, ਸਾਰੇ ਰਿਸ਼ਤੇਦਾਰਾਂ ਵਿੱਚ, ਜਿਹੜੇ ਪਹਿਲਾਂ ਉੱਪਰਲੇ ਦੱਸੇ ਐ, ਉਹਨਾਂ ਵਿੱਚ ਸਾਡਾ ਨਾਮ ਵਧਾ ਦਿੱਤਾ। ਤਿਹ ਕੋ ਸੁਤ ਵਿਗਿਆਨ ਪ੍ਰਕਾਸ਼ਾ। ਕਹਿੰਦੇ ਫਿਰ ਉਹਦੇ ਘਰ ਅੱਗੇ ਵਿਗਿਆਨ, ਜਿਹਨੂੰ ਵਿਗਿਆਨ ਕਹਿੰਦੇ, ਵਿਸ਼ੇਸ਼ ਗਿਆਨ ਆਤਮ ਸਰੂਪ ਦਾ, ਉਹ ਪੈਦਾ ਹੋਇਆ, ਜਿਹਨੂੰ ਪੋਤਰਾ ਕਹਿ ਸਕਦੇ ਹਾਂ। ਜਿਨ ਦਾਰਿਦ ਅਗਿਆਨ ਬਿਨਾਸ਼ਾ। ਜਿਸ ਨੇ ਅਗਿਆਨ ਰੂਪੀ ਦਲਿੱਦਰ ਦਾ ਨਾਸ਼ ਕਰ ਦਿੱਤਾ। ਇਹ ਪਰਿਵਾਰ ਸਰਸ ਸੁਖ ਰਾਸੂ। ਇਹ ਹੈ ਸਾਡਾ ਪਿਆਰਾ ਜਿਹਾ ਪਰਿਵਾਰ। ਸਰਸ ਬੜਾ ਸੁੰਦਰ, ਸਰਸ ਕਹਿੰਦੇ ਨੇ ਸੋਹਣੇ ਨੂੰ। ਆ ਸੋਹਣਾ ਜਿਹਾ ਟੱਬਰ ਹੈ ਸਾਡਾ ਚਾਚਾ ਲਾਲੂ ਜੀ, ਜਿਹੜਾ ਹਰ ਵੇਲੇ ਸਾਡੇ ਨਾਲ ਰਹਿੰਦਾ। ਇਸ ਪਰਿਵਾਰ ਦੇ ਵਿੱਚ ਹੀ ਮੈਂ ਘਿਰਿਆ ਰਹਿਣਾ ਹਮੇਸ਼ਾ। ਪ੍ਰੇਮ ਰੂਪੀ ਪਿਤਾ ਕੋਲ ਰਹਿੰਦਾ ਮੇਰੇ, ਸ੍ਰੇਸ਼ਟ ਮਤ ਰੂਪੀ ਮਾਂ ਮੈਨੂੰ ਹਮੇਸ਼ਾ ਉਹ ਕੋਈ ਨਾ ਕੋਈ ਅਕਲ ਦਿੰਦੀ ਰਹਿੰਦੀ ਹੈ। ਗਿਆਨ ਰੂਪੀ ਪੁੱਤਰ ਹੈ, ਵਿਗਿਆਨ ਰੂਪੀ ਪੋਤਰਾ, ਸਤ ਰੂਪੀ ਚਾਚਾ ਹੈ, ਸ਼ਾਂਤੀ ਰੂਪੀ ਦਾਈ ਹੈ ਤੇ ਸੰਤੋਖ ਰੂਪੀ ਦਾਇਆ। ਇਹ ਸਾਰੇ ਮੇਰੇ ਕੋਲ ਰਹਿੰਦੇ। ਵਿਰਾਗ ਰੂਪੀ ਪ੍ਰੇਮ ਹੈ ਤੇ ਖਿਮਾ ਰੂਪੀ ਭੈਣ। ਇਸ ਟੱਬਰ ਦੇ ਵਿੱਚ, ਇਸ ਪਰਿਵਾਰ ਵਿੱਚ ਬੜਾ ਸੋਹਣਾ ਸਰਸ ਇਹ ਪਰਿਵਾਰ ਹੈ ਮੇਰਾ। ਜਿਸ ਮੈਂ ਹੋ ਨਿਤ ਕਰਤ ਬਿਲਾਸੂ। ਇਹਦੇ ਵਿੱਚ ਅਸੀਂ ਨਿਤ ਬਿਲਾਸ ਕਰਦੇ ਹਾਂ। ਇਹੋ ਜਿਹੇ ਪਰਿਵਾਰ 'ਚ ਅਸੀਂ ਨਿਤ ਆਨੰਦ ਕਰਦੇ ਹਾਂ। ਦੋਹਰਾ ਇਸ ਕੁਟੰਬ ਕੋ ਛੋੜ ਜੇ ਅਨਤ ਬਸ ਹੈ ਅਨਜਾਨ। ਇਹੋ ਜਿਹੇ ਕੁਟੰਬ ਨੂੰ ਛੱਡ ਕੇ ਜਿਹੜੇ ਬੰਦੇ ਹੋਰ ਥਾਵਾਂ ਤੇ ਅਣਜਾਣ ਪੁਣੇ 'ਚ ਵਸਦੇ ਹਨ। ਪਤ ਸਦੀਵ ਆਗਿਆ ਇਹਾਂ ਜਿਸ ਤੇ ਹੋਏ ਨਹਾਨ। ਕਹਿੰਦੇ ਭਾਈ ਉਹ ਤਾਂ ਫਿਰ ਅਣਜਾਣ ਹੀ ਹੋਣਗੇ ਜਿਹੜੇ ਇਹੋ ਜਿਹਾ ਟੱਬਰ ਛੱਡ ਕੇ ਕਿਤੇ ਹੋਰ ਵਸਦੇ ਫਿਰਨ, ਕਿਉਂਕਿ ਇਹ ਪਰਿਵਾਰ ਵਿੱਚ ਵਸਣ ਨਾਲ ਇੱਥੇ ਵੀ ਪਤ ਹੁੰਦੀ ਹੈ ਤੇ ਅੱਗੇ ਪਰਲੋਕ ਵਿੱਚ ਵੀ ਪਤ ਹੁੰਦੀ ਹੈ। ਦੋਹਾਂ ਜਹਾਨਾਂ ਵਿੱਚ, ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ, ਸਨਮਾਨ ਹੁੰਦਾ ਹੈ, ਪਤ ਹੁੰਦੀ ਹੈ। ਜੋ ਪਈ ਇਹ ਬਿਦ ਕਮਲ ਬਦਨ ਤੈ ਬਦ ਕਰ। ਕਮਲ ਬਦਨ ਸਤਿਗੁਰੂ ਜੀ ਨੇ ਜਦੋਂ ਬਚਨ ਕਹੇ, ਤੂਸ਼ਣ ਹੋਏ ਰਹੇ ਪੁਨ ਜਗ ਗੁਰ। ਜਗਤ ਗੁਰੂ ਪਾਤਸ਼ਾਹ ਇਹ ਬਚਨ ਕਹਿ ਕੇ ਚੁੱਪ ਕਰ ਗਏ। ਲਾਲੂ ਕਬ ਤਬ ਕਾਲੂ ਸੋ ਕਹਿਓ। ਚਾਚਾ ਲਾਲੂ ਜੀ ਫਿਰ ਪਿਤਾ ਜੀ ਨੂੰ ਕਹਿਣ ਲੱਗੇ, ਹਮ ਆਵਾਸ ਤੇ ਨਾਨਕ ਰਹਿਓ। ਕਹਿੰਦੇ ਵੀਰ ਇਹ ਹੁਣ ਸਾਡੇ ਘਰੋਂ ਰਹਿ ਗਿਆ, ਹੁਣ ਇਹ ਘਰ ਨਹੀਂ ਆਉਂਦਾ ਆਪਣੇ, ਇਹ ਫਕੀਰ ਹੋ ਗਿਆ, ਇਹ ਹੁਣ ਸਾਡੇ ਘਰੋਂ ਰਹਿ ਗਿਆ। ਕਿਹ ਬਿਦ ਲੈ ਚੱਲ ਹੋ ਟਿਗਰਾਏ। ਬਸ ਹੁਣ ਤਾਂ ਇੱਕੋ ਤਰੀਕਾ ਵੀ ਕਿਸੇ ਤਰੀਕੇ ਨੂੰ ਰਾਏ ਬੁਲਾਰ ਕੋਲ ਲੈ ਚੱਲੀਏ, ਕਿਸੇ ਤਰੀਕੇ ਰਾਏ ਬੁਲਾਰ ਕੋਲ ਲੈ ਚੱਲੀਏ। ਜੋ ਦੇਵ ਹੈ ਇਹ ਕੋ ਸਮਝਾਏ। ਰਾਏ ਬੁਲਾਰ ਦਾ ਕਹਿਣਾ ਹੋ ਸਕਦਾ ਇਹ ਮੰਨ ਲੈਣ, ਉਹ ਇਹਨੂੰ ਸਮਝਾ ਦੇਣ। ਸ਼੍ਰੀ ਗੁਰ ਸੋ ਬੋਲਿਓ ਪੁਨ ਬੈਨਾ। ਇਹ ਵਿਚਾਰ ਕਰਕੇ ਤੇ ਚਾਚਾ ਲਾਲੂ ਜੀ ਫਿਰ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ, ਰਾਏ ਨਿਕਟ ਚੱਲੀਐ ਹੈ ਸੁਖ ਦੇਨਾ। ਕਹਿਣ ਲੱਗੇ ਹੇ ਸੁਖ ਦੇ ਦਾਤੇ ਨਾਨਕ ਜੀ, ਰਾਏ ਬੁਲਾਰ ਕੋਲ ਤਾਂ ਚੱਲੋਗੇ ਨਾ, ਰਾਏ ਬੁਲਾਰ ਕੋਲ ਚੱਲੀਏ। ਸੁਨ ਕਰ ਰਾਏ ਨਾਮ ਕੋ ਦਿਆਲਾ। ਦਿਆਲੂ ਸਤਿਗੁਰਾਂ ਨੇ ਜਦੋਂ ਰਾਏ ਬੁਲਾਰ ਦਾ ਨਾਂ ਸੁਣਿਆ, ਉੱਠ ਕਰ ਚਲੇ ਸੰਗ ਤਤਕਾਲਾ। ਮਹਾਰਾਜ ਜੀ ਝੱਟ ਉੱਠ ਕੇ ਖਲੋ ਗਏ ਤੇ ਕਹਿੰਦੇ ਚਲੋ ਚੱਲੀਏ। ਜਦੋਂ ਰਾਏ ਦੇ ਨਾਂ ਲਿਆ ਨਾ ਵੀ ਰਾਏ ਬੁਲਾਰ ਨੇ ਬੁਲਾਇਆ, ਕਿਉਂਕਿ ਰਾਏ ਬੁਲਾਰ ਦੀ ਖੇਡ ਪ੍ਰੇਮ ਦੀ ਖੇਡ ਹੈ ਤੇ ਇੱਥੇ ਮਾਤਾ ਤੇ ਪਿਤਾ ਜੀ ਦੀ ਜਿਹੜੀ ਖੇਡ ਹੈ ਗੁਰੂ ਸਾਹਿਬ ਪ੍ਰਤੀ ਹੈਣ, ਉਹ ਵੀ ਮਹਾਨ। ਕਈ ਜਨਮਾਂ ਦੀ ਬੰਦਗੀ ਪਿਤਾ ਜੀ ਤੇ ਮਾਤਾ ਜੀ ਦੀ। ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਆਏ ਆ ਪੁੱਤਰ ਬਣ ਕੇ, ਪਰ ਉੱਥੇ ਉਹ ਮੋਹ ਵਸ ਨੇ, ਉੱਥੇ ਉਹਨਾਂ ਅੰਦਰ ਮਮਤਾ ਹੈ। ਜਦੋਂ ਰਾਏ ਜੀ ਦੀ ਗੱਲ ਸੁਣੀ ਤੇ ਉੱਥੇ ਪ੍ਰੇਮ ਹੈ, ਝੱਟ ਟੁਰ ਪਏ। ਜਿੱਥੇ ਪ੍ਰੇਮ ਹੁੰਦਾ ਉੱਥੇ ਸਤਿਗੁਰੂ ਬਦੋ ਬਦੀ ਖਿੱਚੇ ਖਿੱਚੇ ਚਲੇ ਜਾਂਦੇ। ਸਾਚ ਕਹੋ ਸੁਨ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਹਿਬ ਜੀ ਰਾਏ ਬੁਲਾਰ ਜੀ ਨੂੰ ਦਰਸ਼ਨ ਦੇ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੀਰਤੀ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੈ ਸੰਤਹ ਕੈ ਸਦਾ ਸੰਗ ਏ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
ਵਾਹਿ ਗੁਰੂ ਜੀ। ਵਾਹਿਗੁਰੂ ਸ੍ਰੀ ਵਾਹਿਗੁਰੂ बंधन अनेक बार सर्व कला समरथ डोलन तेरा को प्रभु नानक दे कर हथ। जिता समुद्र सागर नीर भरिया ते अवगण हमारे दया करो किछ मेरे उपावो डूब दे पत्थर तारे जियड़ा अगन बराबर तपै बेतर वगै काटे प्रणवत नानक हुक्म पछाणै सुख होवे दिन राती सुख होवे दिन राती। पहला मरण कबूल कबूल जीवन की षड आस हो सबना की रेणुका तो आओ हमारे पास हो सबना की रेणुका तो आओ हमारे पास। कबीर मरता मरता जगमुआ मर भी न जाने कोई ऐसे मरने जो मरे बहुर न मरना होए। आनंद गुणी निदान गुरु गरीब निवाज गरीब निवाज गरीब कबीर मोहे मरने का चाव है मोहे मरने का चाव है। मोहे मरने का चाव है कबीर मोहे मरने का
हर पूछे कौन है। मत हर पूछे कौन है, पर हमारे बार। मत हर पूछे कौन है, पर हमारे बार। मोहे मरने का चाओ है कबीर, मोहे मरने का चाओ है। मरूं हर के द्वार। मरूं हर के द्वार। कबीर ऐसी होए परी, कबीर ऐसी होए परी। मन को भावत कीन, मरने ते क्या डर पड़ा। जब हाथ सिधौरा लीन, कबीर मेरा मुझ में किछ नहीं। मेरा मेरा मुझ में कुछ नहीं। जो कुछ है सो तेरा, तेरा तुझको सौंपते क्या लगे मेरा, क्या लगे मेरा। कबीर मोहे मरने का चाओ है कबीर, मोहे मरने का चाओ है। मोहे मरने का चाओ है कबीर, मोहे मरने